चक्र चिन्ह अर वर्ण जात, हर पात नहन जिह, रूप रंग हर रेख भेख, को कह ना सकत केह। अचल मूरत अनभव प्रकाश, अमितोज कहिजै। कोट इंद्र इंद्राण, साहे साहान गणिजै। त्रिभुवन महीप सुर नर असुर, नेत नेत बन तृण कहत। त्वै सर्ब नाम कथै कवन, कर्म नाम वर्णत सुमत। सगल द्वार को छाड़ कै, गह्यो तुहारो द्वार। बाहें गहे की लाज अस, गोविंद दास तुहार। सबको काल सबन को करता, रोग सोग दुखन को हरता। एक चित जिह एक छिन त्यायो, काल फास के बीच न आयो। मुख ऊच रै शास्त्र खट, पिंग गिरन चढ़ जाए। अंध लखै बदरो सुनै, जो काल कृपा कराए। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सतनाम श्री वाहेगुरु साहिब जी। चौपाई तुम्हारी महिमा अपर अपारा, जाका लह्यो ना किन्हु पारा। देव देव राजन के राजा, दीना दयाल गरीब निवाजा। तुम्हारी महिमा अपर अपारा। वाहेगुरु जी का खालसा, वाहेगुरु जी की फतेह। धन धन गुरु गरीब नवाज श्री गुरु नानक देव जी महाराज। धन धन श्री गुरु गोबिंद सिंह साहिब जी महाराज। दसे गुरु ਸਾਹਿਬਾਨਾਂ ਦੀ आत्मक जोत जागदी जोत। चौवर छतर ਸਿੰਘਾਸਣ तख्त ਦੇ मालक, जुगो जुग अटल श्री गुरु ग्रंथ साहिब जी महाराज। परम सत्कारयोग गुरु रूप साध संगत जीओ। आप जी ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ
ਤੁਰਕੀ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਲਿਆ ਹੈ। ਸਿਮਰਨ ਵਿੱਚ ਜੁੜ ਕੇ ਗੁਰੂ ਮਹਾਰਾਜ ਜੀ ਦੇ ਮਹਾਨ ਤੋਂ ਮਹਾਨ ਪਾਵਨ ਪਵਿੱਤਰ ਜਸ ਨੂੰ ਕਰਕੇ ਲਾਹਾ ਲਿਆ ਹੈ। ਉਸ ਤੋਂ ਉਪਰੰਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਜੋ ਬਾਣੀ ਸ੍ਰੀ ਬਚਿੱਤਰ ਨਾਟਕ ਹੈ, ਹੁਣ ਉਸ ਦੀ ਕਥਾ ਵਿਚਾਰ ਸਰਵਣ ਕਰ ਲਈ ਨਿਤਨੇਮ ਨਾਲ ਗੁਰੂ ਚਰਨਾਂ ਵਿੱਚ ਆਪਾਂ ਜੁੜਦੇ ਹਾਂ। ਜਿਵੇਂ ਗੁਰੂ ਮਹਾਰਾਜ ਜੀ ਦੇ ਬਚਿੱਤਰ ਨਾਟਕ ਬਾਣੀ ਦਾ ਪਹਿਲਾ ਅਧਿਆਇ ਕੱਲ੍ਹ ਜਿਹੜਾ ਸੰਪੂਰਨ ਹੋਇਆ ਸੀ, ਜਿਸ ਵਿੱਚ ਮਹਾਰਾਜ ਜੀ ਨੇ ਉਸ ਸ਼੍ਰੋਮਣੀ ਵਾਹਿਗੁਰੂ ਦੀ ਉਸਤਤ ਕੀਤੀ ਹੈ ਕਾਲ ਰੂਪ ਵਿੱਚ ਕਥਨ ਕਰਕੇ ਉਸ ਨੂੰ ਸ਼ਸਤਰਧਾਰੀ ਬਹਾਦਰ ਸੂਰਮਾ ਸਤਿਗੁਰੂ ਮਹਾਰਾਜ ਦੱਸਦੇ ਹੋਏ ਸ਼ਸਤਰਾਂ ਨੂੰ ਨਮਸਕਾਰਾਂ ਕਰਦੇ ਹੋਏ ਪਹਿਲੇ ਅਧਿਆਇ ਦੀ ਸਮਾਪਤੀ ਕੀਤੀ। ਜਿਸ ਤੋਂ ਬਾਅਦ ਅਖੀਰ ਵਿੱਚ ਬਚਨ ਲਿਖੇ, ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਅਧਿਆਏ ਸੰਪੂਰਨ ਸ਼ੁਭ ਮਸਤ ਅਫਜੂ। ਤੇ ਅਫਜੂ ਦਾ ਅਰਥ ਇਹ ਹੁੰਦਾ ਵੀ ਹੋਰ ਚੱਲਦਾ, ਹੋਰ ਤੁਰਦਾ, ਜਾਂ ਅਜੇ ਬਾਕੀ ਦਾ ਜੋ ਹਿੱਸਾ ਹੈ ਉਹ ਅੱਗੇ ਹੈ। ਸੰਪਰਦਾਈ ਅਰਥ ਇਹਦਾ ਅਰਥ ਹੈ ਜੋੜ। ਉਂਝ ਤੇ ਗੁਰਬਾਣੀ ਵਿੱਚ ਆਉਂਦਾ ਹੈ ਅਫਜੂ ਖੁਦਾਏ, ਵੀ ਬਾਕੀ ਖੁਦਾ ਹੀ ਹੈ ਇੱਕ। ਇਸੇ ਤਰ੍ਹਾਂ ਅਫਜੂ ਦਾ ਅਰਥ ਬਾਕੀ ਵੀ ਅਜੇ ਬਾਕੀ ਹੋਰ ਹੈ ਬਚਿੱਤਰ ਨਾਟਕ ਦੀ ਕਥਾ ਗ੍ਰੰਥ ਦੀ। ਤੇ ਅਫਜੂ ਦਾ ਅਰਥ ਜੋੜ, ਕਿ ਇੱਥੇ 101 ਛੰਦ ਜਿਹੜੇ ਹੋ ਚੁੱਕੇ ਹੈ, ਜੋੜ 101 ਛੰਦਾਂ ਦਾ ਹੋ ਚੁੱਕਾ ਹੈ। ਜਿੱਥੇ ਵੀ ਅਧਿਆਇ ਸਮਾਪਤ ਹੋਵੇਗਾ ਉੱਥੇ ਗੁਰੂ ਜੀ ਨੇ ਅਫਜੂ ਸ਼ਬਦ ਲਿਖਿਆ ਹੈ। ਅਗਲੇ ਸ਼ਬਦ ਦੀਆਂ ਜਿਹੜੀਆਂ 36 ਛੰਦ ਹਨ, ਉੱਥੇ ਸੰਪੂਰਨ ਜੋੜ ਕਰਕੇ 137 ਨੰਬਰ ਪਾ ਕੇ ਤੇ ਗੁਰੂ ਜੀ ਨੇ ਅਫਜੂ ਲਿਖਿਆ ਵੀ ਇੱਥੇ 137 ਜੋੜ ਹੋ ਗਿਆ ਹੈ। ਜਿਵੇਂ ਗੁਰਬਾਣੀ ਵਿੱਚ ਵੀ ਦੇਵਗੰਧਾਰੀ ਰਾਗ ਵਿੱਚ ਛੱਕੇ ਆਉਂਦੇ ਹੈ ਬਾਣੀ, ਉਹ 6 ਸ਼ਬਦਾਂ ਦੇ ਸੁਮੇਲ ਨੂੰ ਛੱਕਾ ਕਿਹਾ ਹੈ। ਛੱਕਾ 1, ਛੱਕੇ 2, ਜਦੋਂ 12 ਸ਼ਬਦ ਹੋ ਗਏ ਫਿਰ ਛੱਕੇ 2, 18 ਸ਼ਬਦ ਹੋ ਗਏ ਛੱਕੇ 3। ਜਿਵੇਂ ਉੱਥੇ ਗੁਰੂ ਜੀ ਨੇ ਛੱਕਾ ਲਫ਼ਜ਼ ਵਰਤਿਆ ਹੈ, ਇੱਥੇ ਸਤਿਗੁਰੂ ਜੀ ਨੇ ਅਫਜੂ ਜਿਹੜਾ ਸ਼ਬਦ ਉਹ ਵਰਤਿਆ ਹੈ, ਜੋ ਸੰਪਰਦਾਈ ਅਰਥ ਜੀ ਦਾ ਜੋੜ ਹੈ। ਉਂਝ ਦਾ ਅਰਥ ਅਦਕ ਵਿਸ਼ੇਖ ਫਾਰਸੀ ਦਾ ਇਹ ਸ਼ਬਦ ਹੈ। ਗੁਰੂ ਮਹਾਰਾਜ ਜਿਵੇਂ ਦੂਸਰੇ ਅਧਿਆਇ ਨੂੰ ਪ੍ਰਾਰੰਭ ਕਰਦਿਆਂ ਵਾਹਿਗੁਰੂ ਦੀ ਮਹਿਮਾ ਦੇ ਪ੍ਰਕਰਨ ਹੋਰ ਜੋੜ ਰਹੇ, ਜਿਵੇਂ ਪਿੱਛੇ ਵਾਹਿਗੁਰੂ ਦੀ ਮਹਿਮਾ ਹੀ ਕੀਤੀ ਹੈ, ਅਗਲੇ ਅਧਿਆਇ 'ਚ ਫਿਰ ਵਾਹਿਗੁਰੂ ਦੀ ਮਹਿਮਾ ਜਿਹੜੀ ਕਰ ਰਹੇ ਹਨ, ਪ੍ਰਕਰਨ ਸਤਿਗੁਰੂ ਜੀ ਉਚਾਰ ਰਹੇ ਆ ਗੁਰਬਾਣੀ ਦੇ ਰਾਹੀਂ ਮਹਿਮਾ ਦਾ। ਜਿਵੇਂ ਕਥਾ ਵਿਚਾਰ ਆਉਂਦੀ ਹੈ ਸਤਿਗੁਰੂ ਜੀ ਦੀ ਮਹਿਮਾ ਦੀ, ਆਓ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੁਮਰੀ ਮਹਿਮਾ ਅਪਰ ਅਪਾਰਾ। ਚੌਪਈ ਛੰਦ ਦੇ ਵਿੱਚ ਜਿਸ ਚੌਪਈ ਵਿੱਚ 4-4
ਤੁਕਾਂ ਹੁੰਦੀਆਂ ਹਨ ਇੱਕ ਚੌਪਈ ਦੇ ਵਿੱਚ। ਸਤਿਗੁਰੂ ਕਹਿ ਰਹੇ ਤੁਮਰੀ ਮਹਿਮਾ ਅਪਰ ਅਪਾਰਾ। ਹੇ ਪ੍ਰਭੂ ਵਾਹਿਗੁਰੂ, ਤੇਰੀ ਜਿਹੜੀ ਮਹਿਮਾ ਹੈ ਉਹ ਅਪਰ ਅਪਾਰਾ, ਪਰੇ ਤੋਂ ਪਰੇ ਹੈ, ਬੇਅੰਤ ਬੇਅੰਤ ਹੈ। ਜਿਹੜੀ ਹੋਰ ਕਿਸੇ ਦੀ ਮਹਿਮਾ ਹੈ ਉਹਦਾ ਤੇ ਹੈ ਨਾ ਪਾਰਲਾ ਪਾਸਾ, ਪਰ ਤੇਰੀ ਮਹਿਮਾ ਦਾ ਮਹਾਰਾਜ, ਤੇਰੇ ਗੁਣਾਂ ਦਾ ਪਾਰਾਵਾਰ ਨਹੀਂ ਹੈ। ਜੇ ਸਮੁੰਦਰ ਦਾ ਵੀ ਪਾਰਲਾ ਪਾਸਾ ਹੈ, ਸਮੁੰਦਰੀ ਜਹਾਜ਼ 'ਚ ਚੜ੍ਹ ਕੇ ਜਾਈਏ ਜਾਂ ਪ੍ਰਤੱਖ ਜਹਾਜ਼ 'ਚ ਚੜ੍ਹ ਕੇ ਜਾਈਏ, ਅਤੇ ਉਹ ਜਦੋਂ ਦੂਸਰੇ ਦੇਸ਼ ਵਿੱਚ ਪ੍ਰਵੇਸ਼ ਕਰੀਦਾ ਅਤੇ ਸਮੁੰਦਰ ਨੂੰ ਟੱਪ ਲਈਦਾ ਹੈ, ਉਹ ਹੈ ਪਾਰਲਾ ਪਾਸਾ। ਉਹਦਾ ਸਮੁੰਦਰ ਦਾ ਵੀ ਪਾਰਾਵਾਰ ਹੈ। ਪਰ ਮਹਾਰਾਜ ਜਿਹੜੀ ਤੇਰੀ ਮਹਿਮਾ ਹੈ ਉਹ ਅਪਰ, ਪਰੇ ਤੋਂ ਪਰੇ ਅਪਾਰਾ, ਬੇਅੰਤ ਬੇਅੰਤ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਅਤੇ ਗੁਰੂ ਸਾਹਿਬ ਜੀ ਹੋਰ ਵੀ ਥਾਵਾਂ 'ਤੇ ਲਿਖਦੇ ਹੈ, ਕਿਉਂਕਿ ਉਹ ਜੋ ਵਾਹਿਗੁਰੂ ਉਹੀ ਗੁਰੂ ਹੈ ਮਹਾਨ। ਗੁਰ ਪਰਮੇਸ਼ਰ ਇੱਕੋ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਲਿਖਦੇ, ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ ਪਾਰ। ਗੁਰ ਪਾਰ ਬ੍ਰਹਮ ਪਰਮੇਸ਼ਰ, ਅਪਰੰਪਰ ਅਲਖ ਅਭੇਵ। ਪਰੇ ਤੋਂ ਪਰੇ ਅਪਰੰਪਰ ਹੈ। ਹੇ ਵਾਹਿਗੁਰੂ, ਤੇਰੀ ਮਹਿਮਾ ਬੇਅੰਤ ਬੇਅੰਤ, ਪਰੇ ਤੋਂ ਪਰੇ, ਕਥਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ, ਪਰਮਾਤਮਾ ਦੀ ਮਹਿਮਾ ਦੇ ਕੀ ਕਹਿ ਸਕਦਾ ਕੋਈ। ਜਿਹੜੇ ਉਹਦੇ ਸਾਧੂ ਹੈ ਉਹਨਾਂ ਦੀ ਹੀ ਮਹਿਮਾ ਕਹੀ ਨਹੀਂ ਜਾ ਸਕਦੀ। ਗੁਰੂ ਮਹਾਰਾਜ ਲਿਖਦੇ ਹੈ, ਸਾਧਕੀ ਮਹਿਮਾ ਭੇਦ ਨ ਜਨ ਹੈ, ਜੇਤਾ ਸੁਣਹਿ ਤੇਤਾ ਬਖਿਆਨ ਹੈ। ਸਾਧਗੀ ਉਪਮਾ ਤਹਿ ਗੁਣ ਤੇ ਦੂਰ, ਸਾਧਗੀ ਉਪਮਾ ਰਹੀ ਭਰਪੂਰ। ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ। ਸਾਧਗੀ ਮਹਿਮਾ ਭੇਦ ਨਾ ਜਾਣੈ, ਸਾਧਗੀ ਮਹਿਮਾ ਭੇਦ ਵੀ ਨਹੀਂ ਜਾਣਦੀ। ਸੋਭਾ ਦਾ ਕੋਈ ਅੰਤ ਹੀ ਨਹੀਂ ਹੈ ਸਾਧੂਆਂ ਦੀ ਸੋਭਾ ਦਾ। ਅਤੇ ਜਦੋਂ ਸਾਧੂ ਦੀ ਮਹਿਮਾ ਹੀ ਨਹੀਂ ਕੋਈ ਜਾਣ ਸਕਦਾ, ਦੋਵੇਂ ਰੂਪ ਵਿੱਚ ਹੀ ਉਹ ਸ਼ਬਦ ਹੈ ਵੀ ਸਾਧ ਪਰਮਾਤਮਾ ਹੀ ਹੈ, ਅਸਲ ਗੁਰੂ ਹੀ ਹੈ। ਅਤੇ ਸਾਧ ਜਿਹੜੇ ਉਹਦੇ ਕਮਾਈ ਕਰਨ ਵਾਲੇ, ਸਾਧਨਾ ਕਰਨ ਵਾਲੇ, ਉਹ ਵੀ ਸਾਧ। ਉਹਨਾਂ ਦੀ ਮਹਿਮਾ ਨਹੀਂ ਜਾਣੀ ਜਾ ਸਕਦੀ, ਸੋਭਾ ਦਾ ਅੰਤ ਨਹੀਂ ਹੈ। ਫਿਰ ਉਹਦੀ ਮਹਿਮਾ ਕਿਵੇਂ ਜਾਣ ਸਕੀਦੀ। ਤਾਂ ਮਹਾਰਾਜ ਕਹਿ ਰਹੇ ਹੈ, ਤੁਮਰੀ ਮਹਿਮਾ ਅਪਰ ਅਪਾਰ। ਹੇ ਪ੍ਰਭੂ ਪਰਮਾਤਮਾ ਵਾਹਿਗੁਰੂ, ਤੇਰੀ ਮਹਿਮਾ ਪਰੇ ਤੋਂ ਪਰੇ ਹੈ, ਭਾਵ ਬੇਅੰਤ ਬੇਅੰਤ ਹੈ। ਜਾ ਕਾ ਲਹਿਓ ਨਾ ਕਿਨਹੁ ਪਾਰਾ। ਜਿਸ ਤੇਰੀ ਮਹਿਮਾ ਦਾ ਕੋਈ ਵੀ ਪਾਰਾਵਾਰ ਲੈ ਨਹੀਂ ਸਕਿਆ, ਜਾਣ ਨਹੀਂ ਸਕਿਆ। ਕੋਈ ਵੀ ਤੇਰੀ ਮਹਿਮਾ ਜਾਣ ਨਹੀਂ ਸਕਿਆ, ਪਾਈ ਨਹੀਂ ਸਕਿਆ। ਸੱਚਾ ਪਾਤਸ਼ਾਹ ਤੇਰੀ ਮਹਿਮਾ ਦੇ ਬਾਰੇ ਤੇ ਕੀ ਕੋਈ ਕਹਿ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਵੱਡੇ ਵੱਡੇ ਮਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਮਹਾਰਾਜ ਤੇਰਾ ਕੋਈ ਵੀ ਜਿਹੜਾ ਕਿਨਹੂ ਕਹੀਏ, ਕਿਸੇ ਨੇ ਵੀ ਤੇਰਾ ਪਾਰਾਵਾਰ ਨਹੀਂ ਪਾਇਆ ਹੈ, ਅੰਤ ਨਹੀਂ ਪਾਇਆ ਹੈ, ਨਾ ਕੋਈ ਪਾ ਸਕਦਾ ਹੈ। ਦੇਵ ਦੇਵ ਰਾਜਨ ਕੇ ਰਾਜਾ। ਤੁਸੀਂ ਦੇਵਤਿਆਂ ਦੇ ਦੇਵਤੇ ਹੋ ਵੱਡੇ। ਇਹ ਅਕਾਲ ਪੁਰਖ ਦੇਵਤਿਆਂ ਦੇ ਦੇਵਤੇ ਹੋ। ਦੇਵਤਿਆਂ ਨੂੰ ਦੇਵ ਕਹੀਏ ਪ੍ਰਕਾਸ਼ਨ ਵਾਲੇ ਹੋ, ਦੇਵਤਿਆਂ ਦੇ ਦੇਵ ਕਹੀਏ ਪੂਜਨੀਕ ਹੋ। ਸਾਰੇ ਦੇਵਤਿਆਂ ਦੇ ਰਾਜਨ ਕੇ ਰਾਜਾ, ਰਾਜਿਆਂ ਦੇ ਰਾਜਾ ਭਾਵ ਮਹਾਰਾਜਾ ਹੋ। ਦੀਨ ਦਿਆਲ ਗਰੀਬ ਨਿਵਾਜਾ। ਦੀਨਾਂ ਦੇ ਦੁਖੀਆਂ
ਤੇ ਤੁਸੀਂ ਦਿਆਲਤਾ ਕਰਨ ਵਾਲੇ ਹੋ। ਉਂਝ ਤੇ ਆਪਾਂ ਅਰਥ ਦੀਨ ਦਾ ਗਰੀਬੜਾ ਜਿਹਾ ਕਰ ਲੈਂਦੇ ਹਾਂ ਕਿ ਜਿਹੜਾ ਵੀ ਭੁੱਖ ਨੰਗ ਦਾ ਜਿਹਦਾ ਹੋਵੇ ਟਿਕਾਣਾ, ਭੁੱਖਾ ਨੰਗਾ ਵਿਚਾਰਾ ਭੋਜਨ ਪ੍ਰਸ਼ਾਦੇ ਤੋਂ, ਕੱਪੜੇ ਤੋਂ ਨੰਗਾ, ਮਾੜਾ ਮਾਤੜ ਗਰੀਬ ਹੋਵੇ, ਉਹਨੂੰ ਆਪਾਂ ਦੀਨ ਕਹਿ ਦਿੰਦੇ ਹਾਂ। ਪਰ ਸ਼ਾਸਤਰਾਂ ਦੇ ਵਿੱਚ, ਵਿਚਾਰ ਸਾਗਰ ਵਿੱਚ ਉਹਦੀ ਥੋੜ੍ਹੀ ਪਰਿਭਾਸ਼ਾ ਲਿਖੀ ਹੈ ਕਿ ਇੱਛਾ ਔਰ ਪੈ ਸੰਯੁਕਤ ਹੋਵੇ ਸੋ ਕਹੀਏ ਹੈ ਦੀਨ। ਜਿਹੜਾ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਵਾਲਾ ਅਤੇ ਬ੍ਰਹਮ ਦਾ ਭੈ ਕਰਨ ਵਾਲਾ ਹੋਵੇ ਉਹਨੂੰ ਕਹੀਦਾ ਦੀਨ। ਜਿਹਨੂੰ ਵਾਹਿਗੁਰੂ ਨੂੰ ਪਾਉਣ ਦੀ ਇੱਛਾ ਵੀ ਹੈ ਬ੍ਰਹਮ ਨੂੰ, ਅਤੇ ਉਹਦਾ ਭੈ ਵੀ ਰੱਖਦਾ ਹੈ। ਭੈ ਬਿਨਾਂ ਭਗਤ ਨਾ ਹੋ ਬਈ। ਗੁਰ ਕੇ ਭੈ ਕੀਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਭੈ ਬਿਨ ਨਿਰਭਉ ਕਿਉ ਥੀਐ। ਭੈ ਤੋਂ ਬਿਨਾਂ ਨਿਰਭਉ ਆਪ ਨਹੀਂ ਹੋਈਦਾ ਅਤੇ ਉਹਨੂੰ ਪਾਈਦਾ ਨਹੀਂ ਹੈ। ਇਸ ਤਰ੍ਹਾਂ ਜਿਹੜੇ ਬ੍ਰਹਮ ਦੀ ਇੱਛਾ ਵਾਲੇ ਹੈ, ਪ੍ਰਾਪਤੀ ਵਾਲੇ, ਚਾਹੁੰਦੇ ਇੱਛਾ ਰੱਖੀ ਹੈ ਵੀ ਪ੍ਰਾਪਤ ਕਰਨਾ, ਜਗਿਆਸਾ ਹੈ, ਭੈ ਦੇ ਸੰਯੁਕਤ, ਉਹ ਹੈ ਦੀਨ। ਇਵੇਂ ਦੀਨਾਂ 'ਤੇ ਦਿਆਲਤਾ ਕਰਨ ਵਾਲੇ ਹੋ, ਦਿਆਲੂ ਹੋ, ਗਰੀਬ ਨਿਵਾਜਾ, ਗਰੀਬਾਂ ਨੂੰ ਨਿਵਾਜਣ ਵਾਲੇ, ਵਡਿਆਉਣ ਵਾਲੇ ਹੋ, ਵਡਿਆਈਆਂ ਬਖਸ਼ਣ ਵਾਲੇ ਹੋ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਉਹ ਜਿਹੜੇ ਗਰੀਬ ਨਵਾਜ ਉਹਨਾਂ ਦੇ ਸੀਸਾਂ ਪੁਨੀ ਛਤਰ ਧਰਦੇ ਹੋ। ਜਾ ਕੀ ਸ਼ੋਧ ਜਗਤ ਕੋ ਲਾਗੈ ਤਾ ਪਰ ਤੁਸੀਂ ਟਰੈ। ਨੀਚੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਐਸੇ ਹੋ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟ ਮਾਨੈ। ਚਾਰੇ ਕੁੰਡਾਂ ਵਿੱਚ ਹੀ ਪ੍ਰਗਟ ਕਰ ਦਿੰਦੇ ਗਰੀਬ ਨੂੰ ਨਿਵਾਜ ਕੇ। ਦੋਹਰਾ ਮੂਕ ਉਚਰੈ ਸਾਸਤਰ ਖਟ। ਹੇ ਪ੍ਰਭੂ ਤੇਰੀ ਕਿਰਪਾ ਜੇ ਹੋ ਜਾਈ, ਅਰਥ ਵਾਸਤੇ ਜੋ ਕਾਲ ਕਿਰਪਾ ਕਰਾਈ। ਜੇ ਹੇ ਕਾਲ ਵਾਹਿਗੁਰੂ ਪ੍ਰਭੂ ਤੂੰ ਕਿਰਪਾ ਕਰ ਦੇਵੇਂ ਅਤੇ ਮੂਕ ਜਿਹੜਾ ਗੂੰਗਾ ਹੈ, ਗੂੰਗਾ ਆਦਮੀ ਜਿਹੜਾ ਬੋਲ ਨਹੀਂ ਸਕਦਾ, ਉਹ 6 ਸ਼ਾਸਤਰ ਉਚਾਰਨ ਲੱਗ ਪੈਂਦਾ ਹੈ। 6 ਸ਼ਾਸਤਰਾਂ ਦਾ ਬਗਤਾ ਹੋ ਜਾਂਦਾ ਹੈ ਜੇ ਤੇਰੀ ਕਿਰਪਾ ਹੋ ਜਾਏ ਤਾਂ। ਸਤਿਗੁਰੂ ਜੀ ਕਹਿੰਦੇ ਹੈ ਨਾ ਕਿ ਕਹਾ ਬੁਝਾਰਤ ਬੂਝੇ ਡੋਰਾ, ਨਿਸ ਕਹੀਐ ਤੋ ਸਮਝਿਆ ਭੋਰਾ। ਕਹਾ ਬਿਸ਼ਨ ਪਦ ਗਾਵੈ ਗੁੰਗ, ਯਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਧਰੈ। ਉਹ ਕਰਨਾ ਮੇਰ ਰੂਪ ਵਾਹਿਗੁਰੂ ਜੇ ਕਿਰਪਾ ਕਰ ਦੇਵੇ ਅਤੇ ਸਤਿਗੁਰੂ ਤੇਰੀ ਕਿਰਪਾ ਨਾਲ ਗੂੰਗੇ ਬਿਸ਼ਨ ਪਦ ਗਾਉਣ ਲੱਗ ਪੈਂਦੇ ਹਨ। ਜਿਹੜੇ ਬੋਲੇ ਹੈ ਉਹ ਸੁਣਨ ਲੱਗ ਪੈਂਦੇ ਹਨ। ਪਿੰਗਲੇ ਜਿਹੜੇ ਹੈ ਉਹ ਭਾਰਾਂ ਪਰਬਤਾਂ ਤੋਂ ਵੀ ਪਾਰ ਲੰਘ ਜਾਂਦੇ ਹੈ। ਤੇਰੀ ਕਿਰਪਾ ਹੋਵੇ ਤਾਂ ਕਰਕੇ ਤਾਂ ਹੋ ਸਕਦਾ। ਇੱਥੇ ਸਤਿਗੁਰੂ ਵੀ ਉਹੀ ਸਿਧਾਂਤ ਨਾਲ ਹੀ ਕਹਿ ਰਹੇ ਹੈ, ਜੋ ਕਾਲ ਕਿਰਪਾ ਕਰਾਏ। ਹੇ ਵਾਹਿਗੁਰੂ ਜੇ ਤੂੰ ਕਿਰਪਾ ਕਰ ਦੇਵੇਂ, ਤੇਰੀ ਕਿਰਪਾ ਹੋ ਜਾਏ ਅਤੇ ਗੂੰਗਾ ਜਿਹੜਾ ਹੈ ਮੁੱਖੋਂ 6 ਸ਼ਾਸਤਰ ਖੱਟ ਕਹੀਏ 6 ਸ਼ਾਸਤਰ ਉਚਾਰ ਲੱਗ ਪੈਂਦਾ ਹੈ। ਜਿਵੇਂ ਪੰਜੋਖੜੇ ਸਾਹਿਬ ਦੀ ਧਰਤੀ ਵੱਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਾ ਰਹੇ ਸਨ ਦਿੱਲੀ, ਅਤੇ ਉੱਥੇ ਜਿਹੜਾ ਪੰਡਿਤ ਸੀ ਉਹਨੂੰ ਜਦੋਂ ਸ਼ੰਕਾ, ਉਹਨੇ ਨਾਂ ਸੁਣਿਆ ਵੀ ਭੀੜ ਲੱਗੀ, ਇੱਥੇ ਕੌਣ ਆਇਆ ਹੋਇਆ ਹੈ। ਕਹਿੰਦੇ ਵੀ ਗੁਰੂ ਹਰਿਕ੍ਰਿਸ਼ਨ ਜੀ ਆਏ ਹੋਏ ਹੈ। ਕਹਿੰਦਾ ਵੀ ਹਰਿਕ੍ਰਿਸ਼ਨ ਦੁਆਪਰ ਵਿੱਚ ਤੇ ਕ੍ਰਿਸ਼ਨ ਭਗਵਾਨ ਜੀ ਹੋਏ। ਇਹ ਕਲਯੁਗ ਦੇ ਵਿੱਚ ਐਡਾ ਤਗੜਾ ਨਾਮ ਹਰਿਕ੍ਰਿਸ਼ਨ, ਇਹ ਕ੍ਰਿਸ਼ਨ ਦਾ ਵੀ ਮਾਲਕ। ਦਰਸ਼ਨ ਕੀਤੇ ਦੇ ਵੇਖ ਕੇ ਸ਼ੰਕਾ ਫੁਰ ਗਈ ਵੀ ਹੈ ਤੇ ਛੋਟੇ ਜਿਹੇ ਹੈ, ਅਤੇ ਇਹ ਕਿਵੇਂ ਹਰਿਕ੍ਰਿਸ਼ਨ ਨਾਮ ਰਖਾਇਆ ਐਡਾ ਵੱਡਾ। ਕ੍ਰਿਸ਼ਨ ਜੀ ਨੇ ਤਾਂ ਸ਼੍ਰੀਮਦ ਭਾਗਵਤ ਗੀਤਾ ਉਚਾਰਨ ਕੀਤੀ ਹੈ।
ਅਤੇ ਇਹ ਗੀਤਾ ਇੰਨੀ ਕਠਿਨ ਹੈ, ਪੜ੍ਹ ਲੈਣਗੇ ਅਤੇ ਛੋਟੀ ਉਮਰ ਵਿੱਚ ਹਨ, ਇਹ ਕੀ ਕਰ ਲੈਣਗੇ ਗੀਤਾ ਦਾ ਅਰਥ ਕੋਈ ਆਉਂਦਾ ਹੋਵੇ ਤਾਂ ਫਿਰ ਹੀ ਹੈ। ਫਿਰ ਆ ਗਿਆ ਸੀ ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸਾਂ ਦੇ ਨਾਮ 'ਤੇ ਰਖਾਇਆ ਹੈ ਹਰਿ ਕ੍ਰਿਸ਼ਨ, ਤੁਸੀਂ ਕੀ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹੋ? ਸਤਿਗੁਰੂ ਮਹਾਰਾਜ ਕਹਿੰਦੇ ਵੀ ਗੀਤਾ ਦੇ ਅਰਥ ਅਸੀਂ ਕੀ ਗੀਤਾ ਦੇ ਅਰਥ ਕਰਦੇ ਦੇਵਾਂਗੇ, ਪਰ ਜੇ ਅਸੀਂ ਕਰ ਦਿੱਤੇ ਤੂੰ ਕਹੇਂਗਾ ਵੀ ਇਹਨਾਂ ਨੇ ਸ਼ਕਤੀ ਦੀ ਕਲਾ ਨਾਲ ਦਿਖਾ ਦਿੱਤੇ ਅਰਥ ਕਰਕੇ। ਇਸ ਕਰਕੇ ਜੇ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਹੈ, ਜੇ ਤੈਨੂੰ ਲੱਗਦਾ ਹੈ ਕਿ ਕੋਈ ਨਗਰ ਵਿੱਚ ਐਸਾ ਮਨੁੱਖ ਹੈ ਜਿਹੜਾ ਕੁਝ ਵੀ ਨਹੀਂ ਜਾਣਦਾ, ਤੂੰ ਫਿਰ ਉਹਨੂੰ ਬੁਲਾ ਕੇ ਲਿਆ, ਜਿਹਨੂੰ ਤੂੰ ਲਿਆਉਣਾ ਹੈ। ਇਹ ਫਿਰ ਪੰਡਿਤ ਸਾਰੇ ਨਗਰ ਵਿੱਚ ਫਿਰਿਆ ਸੀ। ਜਿਹੜਾ ਮੁੱਖੋਂ ਗੂੰਗਾ, ਕੰਨੋਂ ਬੋਲਾ ਅਤੇ ਪਾਗਲ ਜਿਹਾ ਝੀਵਰ, ਛੱਜੂ ਝੀਵਰ, ਉਹਨੂੰ ਇਹ ਫਿਰ ਜਿਹੜਾ ਲੈ ਕੇ ਆਇਆ ਵੀ ਨਾ ਤਾਂ ਸੁਣਦੇ ਆ, ਨਾ ਮੁੱਖੋਂ ਬੋਲ ਹੀ ਸਕਦੇ ਆ, ਇਹਨਾਂ ਕੋ ਗੁਰੂ ਕਿਵੇਂ ਅਰਥ ਕਰਾ ਲੈਣਗੇ? ਅਤੇ ਅਕਲ ਦਾ ਵੀ ਉਹੋ ਜਿਹਾ ਹੀ ਹੈ। ਜਦੋਂ ਲੈਣ ਤਾਂ ਫਿਰ ਗੁਰੂ ਕੀ ਹਜ਼ੂਰੀ ਵਿੱਚ ਬਿਠਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੀ ਛਟੀ ਜਦੋਂ ਰੱਖੀ ਉਹਦੇ ਸੀਸ ਉੱਪਰ, ਅਤੇ ਛੱਜੂ ਝੀਵਰ ਨੇ ਉਸ ਵੇਲੇ ਸਾਧ ਸੰਗਤ ਜੀ ਤੋਂ ਬੋਲਿਆ, ਸਿੱਧਾ ਇਹੀ ਬੋਲਿਆ ਹੈ ਸੰਸਕ੍ਰਿਤ ਵਿੱਚ, ਇਹ ਪੰਡਿਤ ਕਸਮਨ ਸ਼ਾਸਤਰ ਪ੍ਰਵਿਰਤਤੇ, ਇਹ ਪੰਡਿਤ ਕਿਸ ਸ਼ਾਸਤਰ ਵਿੱਚ ਤੂੰ ਪ੍ਰਵਿਰਤਤ ਹੋਣਾ ਚਾਹੁੰਦਾ, ਕਿਹੜੇ ਸ਼ਾਸਤਰ ਹੀ ਸਾਡੇ ਨਾਲ ਵਿਚਾਰ ਕਰਨਾ ਚਾਹੁੰਦਾ, 6 ਸ਼ਾਸਤਰਾਂ ਵਿੱਚੋਂ ਹੀ ਜਾਂ ਹੋਰ ਸ਼ਾਸਤਰਾਂ ਵਿੱਚੋਂ। ਜਦੋਂ ਇਹ ਗੱਲ ਕਹੀ ਕਸਮਨ ਸ਼ਾਸਤਰ ਪ੍ਰਵਿਰਤਤੇ, ਅਤੇ ਇਹ ਪੰਡਿਤ ਨੂੰ ਕੋਈ ਗੱਲ ਨਾ ਆਈ, ਹੈਰਾਨ ਹੋ ਗਿਆ ਵੀ ਇਹ ਤਾਂ ਮੈਂ ਗੂੰਗਾ ਲਿਆਂਦਾ ਸੀ ਅਤੇ ਕੰਨਾਂ ਤੋਂ ਵੀ ਬੋਲਾ, ਅਤੇ ਪਾਗਲ ਜਿਹੜਾ ਆਪਣੇ ਕੱਪੜੇ ਪਾੜ ਰਿਹਾ ਸੀ, ਇਹ ਕਿਵੇਂ ਇੰਨੀ ਸ਼ਕਤੀ ਵਾਲਾ ਹੋ ਗਿਆ, ਕਿਵੇਂ ਬੋਲਣ ਵਾਲਾ ਹੋ ਗਿਆ? ਉਦੋਂ ਸਮਝ ਗਿਆ ਵੀ ਗੁਰੂ ਮਹਾਰਾਜ ਜੀ ਦੀ ਕਲਾ ਹੈ। ਸੱਚਮੁੱਚ ਹੀ ਜਿਹੜਾ ਇਹਨਾਂ ਦਾ ਨਾਮ ਹੈ ਉਹ ਤਾਂ ਮਹਾਨ ਹੈ। ਸੱਚਮੁੱਚ ਹੀ ਇਹਨਾਂ ਨਾਮ ਸੱਚਾ ਹੀ ਰਖਾਇਆ ਹੈ ਵੀ ਹਰਿ ਕ੍ਰਿਸ਼ਨ ਨਾਮ ਹੈ। ਮੱਥਾ ਟੇਕਿਆ ਸੀ, ਮਾਫੀ ਮੰਗੀ ਸੀ ਇਸ ਨੇ, ਅਤੇ ਗੁਰੂ ਮਹਾਰਾਜ ਨੇ ਕਿਰਪਾ ਦੇ ਨਾਲ ਹੀ ਉਹ ਗੂੰਗੇ ਕੋ ਗੀਤਾ ਦੇ ਅਰਥ ਪੜ੍ਹਵਾ ਦਿੱਤੇ। ਉਹ ਜਿਹੜੇ ਸ਼ੰਕੇ ਸਨ ਪੰਡਤਾਂ ਨੂੰ ਉਹ ਵੀ ਸਿੱਧ ਕਰ ਦਿੱਤੇ। ਸਾਰੇ ਨਾਲ ਤੇ ਗੀਤਾ ਪੜ੍ਹਦੇ ਜਾਣ, ਨਾਲ ਅਰਥ ਕਰਦੇ ਜਾਣ। ਤਾਂ ਇਹ ਗੁਰੂ ਹੋਣਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪਰਮਾਤਮਾ ਦਾ ਹੀ ਰੂਪ ਹਨ, ਅਤੇ ਉਹਨਾਂ ਦੇ ਦੁੱਖ ਕੱਢ ਦਿੱਤਾ। ਗੁਰ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਹੁਣ ਗੁਰੂ ਪਰਮਾਤਮਾ ਦਾ ਰੂਪ, ਗੁਰ ਪਰਮੇਸ਼ਰ ਏਕੋ ਜਾਣ। ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਆਪ ਹੀ ਸਭ ਕੁਝ ਕਰਨ ਵਾਲੇ ਹੈ। ਇੱਥੇ ਵੀ ਆ ਰਿਹਾ ਹੈ ਗੁਰੂ ਕਾ ਬਚਨ, ਜੋ ਕਾਲ ਕਿਰਪਾ ਕਰਾਏ। ਜੇਕਰ ਕਾਲ ਵਾਹਿਗੁਰੂ ਕਿਰਪਾ ਕਰ ਦੇਵੇ, ਉਹਦੀ ਕਿਰਪਾ ਹੋ ਜਾਏ। ਗੂੰਗਾ ਮੁੱਖੋਂ ਸ਼ਾਸਤਰ ਖੱਟ ਉਚਾਰਨ ਲੱਗ ਪੈਂਦਾ ਹੈ। ਸਾਂਖ, ਯੋਗ, ਨਿਆਏ, ਵਿਸ਼ੇਸ਼ਕ, ਮੀਮਾਂਸਾ, ਵਿਦਾਂਤ ਸਾਰੇ ਸ਼ਾਸਤਰ ਉਚਾਰਨ ਲੱਗ ਪੈਂਦਾ ਹੈ। ਰਸਨਾ ਵਾਲਾ ਹੋ ਜਾਂਦਾ ਹੈ। ਪਿੰਗ ਗਿਰਨ ਚੜ ਜਾਏ। ਪਿੰਗਲਾ ਜੇ ਜੋ ਕਾਲ ਕਿਰਪਾ ਕਰਾਏ, ਹਰ ਅਰਥ ਨਾਲ ਲੱਗਣਾ ਹੈ। ਜੇ ਵਾਹਿਗੁਰੂ ਤੇਰੀ ਕਿਰਪਾ ਹੋ ਜਾਏ ਅਤੇ ਪਿੰਗਲਾ ਜਿਹੜਾ ਉਹਦੇ ਪੱਧਰੀ, ਜਿਹੜਾ ਚਰਨਾਂ ਤੋਂ ਬਿਨਾਂ ਪਿੰਗਲਾ ਹੈ, ਜਿਹਦੇ ਪੈਰ ਨਾ ਹੋਣ ਨੂੰ ਪਿੰਗਲਾ ਕਿਹਾ ਜਾਂਦਾ ਹੈ, ਉਹ ਪਿੰਗਲਾ ਚਰਨਾਂ ਤੋਂ ਬਿਨਾਂ ਵਾਲਾ ਪੱਧਰੀ ਜ਼ਮੀਨ 'ਤੇ ਕੀ ਪਹਾੜਾਂ 'ਤੇ ਵੀ ਚੜ੍ਹ ਜਾਏਗਾ, ਤੇਰੀ ਕਿਰਪਾ ਦੇ ਨਾਲ ਚੜ੍ਹ ਜਾਂਦਾ ਹੈ। ਅੰਧ ਲਖਾ ਬਦਲੋ ਸੁਨ। ਅੰਨਾ ਜਿਹੜਾ ਹੈ, ਜਿਹਦੀ ਅੱਖਾਂ ਵਿੱਚ ਜੋਤ ਨਹੀਂ ਹੈ, ਅੱਖਾਂ 'ਤੇ ਹੈ ਪਰ ਜੋਤ ਨਹੀਂ, ਦਿਖਦਾ ਨਹੀਂ ਹੈ। ਜੇ ਜੋ ਕਾਲ ਕਿਰਪਾ ਕਰਾਏ, ਜੇ ਵਾਹਿਗੁਰੂ ਤੇਰੀ ਕਿਰਪਾ ਹੋ ਜਾਏ, ਅੰਧਾ ਜਿਹੜਾ ਲਖੇ ਕਹੀਏ ਦੇਖਣ ਲੱਗ ਜਾਂਦਾ ਹੈ, ਉਹ ਜਾਣਨ ਲੱਗ ਜਾਂਦਾ ਹੈ, ਉਹਦੀ ਅੱਖਾਂ ਵਿੱਚ ਜੋਤ ਆ ਜਾਂਦੀ ਹੈ, ਉਹਨੂੰ ਸਭ ਕੁਝ ਸੁੱਝਣ ਲੱਗ ਪੈਂਦਾ ਹੈ। ਜੇ ਤੇਰੀ ਕਿਰਪਾ ਹੋ ਜਾਏ ਤਾਂ ਸਤਿਗੁਰੂ ਜੀ ਦੇ ਕਹਿੰਦੇ ਨਾ ਕਿ ਉਹ ਅੰਨੇ ਨਹੀਂ ਹੈ ਜਿਨ੍ਹਾਂ ਦੇ ਨੇਤਰ ਨਹੀਂ ਹੈ। ਅੰਨੇ ਤਾਂ ਉਹ ਹਨ ਜਿਹੜੇ ਵਾਹਿਗੁਰੂ ਨੂੰ ਨਹੀਂ ਦੇਖਦੇ, ਕਹਿੰਦੇ ਕਿੱਥੇ ਰੱਬ। ਅਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਅੰਨੇ ਨਹੀਂ ਹੈ ਜਿਹੜੇ ਵਾਹਿਗੁਰੂ ਨੂੰ ਜਾਣਦੇ ਹੈ।
ਉਹਦੇ ਅੰਨੇ ਹੋ ਕੇ ਵੀ ਕਈ ਸਜਾਖੇ ਹਨ। ਕਈ ਹੈ ਨਾ ਜਿਨ੍ਹਾਂ ਨੇਤਰਾਂ ਜੋਤ ਹੈ ਨਹੀਂ, ਪਰ ਉਹ ਬੜੀ ਬੜੀ ਬਾਣੀ ਪੜ੍ਹ ਲੈਂਦੇ, ਉਹ ਸਜਾਖੇ ਹੀ ਹੈ। ਜਿਨ੍ਹਾਂ ਦੀਆਂ ਅੱਖਾਂ ਹੈਗੀਆਂ ਪੜ੍ਹਦੇ ਨਹੀਂ, ਉਹ ਅੰਨੇ ਹੀ ਹਨ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜੇ ਕਾਲ ਵਾਹਿਗੁਰੂ ਕਿਰਪਾ ਕਰ ਦੇਵੇ, ਅੰਧੇ ਜਿਹੜੇ ਆ ਉਹ ਵੇਖਣ ਲੱਗ ਜਾਂਦੇ ਹਨ। ਅਤੇ ਬਦਰੋ ਸੁਣੈ, ਜਿਹਨੂੰ ਸੁਣਦਾ ਨਹੀਂ ਬੋਲਾ ਹੈ, ਬੋਲਾ ਸੁਣ ਲੱਗ ਜਾਂਦਾ ਜਿਹਦੀ ਕਿਰਪਾ ਹੋ ਜਾਏ ਤਾਂ। ਕਹਾ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ। ਅਤੇ ਗੂੰਗਾ ਬੋਲ ਸਕਦਾ ਹੈ। ਕਾ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੈ ਭੋਰਾ। ਮਹਾਰਾਜ ਕਹਿੰਦੇ ਵੀ ਵਿਚਾਰਾ ਬੋਲਾ ਕੀ ਸਮਝ ਸਕਦਾ ਹੈ, ਕੀ ਉਹਨੂੰ ਪੈ ਸਕਦੀ ਸਮਝ ਕਿ ਕੀ ਬੋਲਿਆ। ਉਹਨੂੰ ਰਾਤ ਕਹੀ ਤਾਂ ਕਹਿੰਦਾ ਦਿਨ ਚੜ੍ਹ ਗਿਆ ਹੈ। ਪਰ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਧਰੈ। ਤੁਹਾਡੀ ਕਿਰਪਾ ਨਾਲ ਧਰੇ ਜਾ ਸਕਦੇ ਆ। ਜੇ ਕਿਰਪਾ ਹੋ ਜਾਏ ਬੋਲਾ ਵੀ ਸੁਣਨ ਲੱਗ ਪੈਂਦਾ ਹੈ, ਕਿਉਂਕਿ ਜਿਹੜਾ ਗੂੰਗਾ ਹੋਵੇ ਨਾ ਉਹ ਬੋਲਾ ਵੀ ਹੁੰਦਾ ਹੈ। ਬਹੁਤੇ ਇਹੀ ਹੁੰਦੇ ਹਨ, ਗੂੰਗਾ ਜਿੱਥੇ ਉੱਥੇ ਬੋਲਾ ਵੀ ਨਾਲ ਹੀ। ਕਈਆਂ ਦੇ ਤਿੰਨੇ ਹੀ ਰੋਗ ਹੁੰਦੇ ਆ, ਗੂੰਗਾ, ਬੋਲਾ, ਅੰਨਾ। ਪਰ ਕਈਆਂ ਨੂੰ ਇੱਕ ਹੀ ਹੁੰਦਾ ਵੀ ਚਲੋ ਬੋਲੇ ਹੁੰਦੇ ਆ, ਅੱਖਾਂ ਨਾਲ ਦੇਖ ਸਕਦੇ ਆ, ਕੰਨਾਂ ਨਾਲ ਸੁਣ ਸਕਦੇ ਆ, ਜ਼ੁਬਾਨ ਨਾਲ ਬੋਲ ਸਕਦੇ ਆ, ਅੱਖਾਂ ਤੋਂ ਪਰ ਅੰਨੇ ਹੈ। ਇੱਦਾਂ ਵੱਖੋ ਵੱਖਰੇ ਹੁੰਦੇ ਹਨ। ਜੋ ਕਾਲ ਕਿਰਪਾ ਕਰੇ, ਜੇ ਕਾਲ ਵਾਹਿਗੁਰੂ ਤੋਂ ਕਿਰਪਾ ਕਰ ਦੇਵੇਂ ਅਤੇ ਬੋਲਾ ਜਿਹੜਾ ਹੈ ਸੁਣਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਇਹਦੇ ਟੀਕੇ ਦਾ ਅਰਥ ਹੈ ਅਤੇ ਇੱਕ ਹੈ ਸੰਪਰਦਾਈ ਅਰਥ। ਜਿਵੇਂ ਮਹਾਂਪੁਰਸ਼ਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਦਾ ਅਰਥ ਕੀਤੇ ਹੋਏ ਹਨ ਕਿ ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ, ਅੰਧਲੇ ਤਿਰਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਉਹਦੇ ਵਿੱਚ ਮਹਾਂਪੁਰਸ਼ਾਂ ਦੇ ਜਿਹੜੇ ਅਰਥ ਕੀਤੇ ਹੋਏ ਆ। ਇਸੇ ਤਰ੍ਹਾਂ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਵਾਲੇ ਮਹਾਂਪੁਰਸ਼ਾਂ ਨੇ, ਉਹਨਾਂ ਨੇ ਵੀ ਜਿਵੇਂ ਮਹਾਂਪੁਰਸ਼ਾਂ ਤੋਂ ਲਦਾਈਕੇ ਵਾਲੇ ਸੰਤਾਂ ਤੋਂ ਅਰਥ ਪੜ੍ਹੇ, ਉਹਨਾਂ ਨੇ ਵੀ ਜਿਵੇਂ ਅਰਥ ਕੀਤਾ ਸੰਪਰਦਾਈ ਅਰਥ, ਅਤੇ ਮਹਾਂਪੁਰਸ਼ਾਂ ਨੇ ਗੁਰਬਾਣੀ ਵਿੱਚ ਜਿਵੇਂ ਕੀਤੇ ਉਹਦੇ ਮੁਤਾਬਕ ਸਤਿਗੁਰੂ ਜੀ ਕਹਿ ਰਹੇ ਹਨ। ਮੂਕ ਉਚਰੈ ਸਾਸਤਰ ਖਟ। ਉਹ ਪਹਿਲਾਂ ਦੇ ਟੀਕੇ ਦਾ ਅਰਥ ਹੈ, ਸਪਸ਼ਟ ਤੁਕਾਂ ਦਾ। ਹੁਣ ਅੰਤਰੀ ਅਰਥ। ਮੁੱਖ ਉਚਰੈ ਸਾਸਤਰ ਖਟ, ਜੋ ਕਾਲ ਕਿਰਪਾ ਕਰਾਏ। ਜੇ ਕਾਲ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਜਿਹਦੀ ਆ ਪ੍ਰੀਤੀ ਰੂਪ ਰਸਨਾ ਨਹੀਂ ਨਾ ਹੈਗੀ, ਉਸ ਨੂੰ ਤੂੰ ਪ੍ਰੀਤੀ ਰੂਪ ਰਸਨਾ ਬਖਸ਼ ਦੇਣਾ ਹੈ। ਪ੍ਰੇਮ ਰੂਪ ਤੂੰ ਪ੍ਰੇਮ ਰੂਪੀ ਰਸਨਾ ਪਾ ਕੇ ਛੇ ਸ਼ਾਸਤਰ ਸਾਂਖ ਯੋਗ ਨਿਆਏ ਵਿਸ਼ੇਸ਼ਕ ਮੀਮਾਂਸਾ ਵਿਦਾਂਤ ਬੜੀ ਪ੍ਰੀਤੀ ਦੇ ਸਹਿਤ ਦੀ ਮੁੱਖੋਂ ਉਚਾਰਨ ਲੱਗ ਜਾਂਦਾ ਹੈ। ਜਿਹੜਾ ਪ੍ਰੀਤੀ ਰੂਪ ਰਸਨਾ ਤੋਂ ਬਿਨਾਂ ਗੂੰਗਾ ਹੈ, ਜੇ ਤੇਰੀ ਕਿਰਪਾ ਹੋ ਜਾਏ, ਉਹ ਪ੍ਰੀਤੀ ਰੂਪ ਰਸਨਾ ਵਾਲਾ ਹੋ ਕੇ ਛੇ ਸ਼ਾਸਤਰ ਹੀ ਉਚਾਰਨ ਲੱਗ ਪੈਂਦਾ ਹੈ ਬੜੇ ਪ੍ਰੇਮ ਨਾਲ। ਇੱਕ ਤਾਂ ਹੁੰਦਾ ਨਾ ਵੀ ਸ਼ਾਸਤਰੀ ਜਾਣਦਾ ਹੋਵੇ ਪਰ ਪ੍ਰੀਤੀ ਦੀ ਰਸਨਾ ਨਾ ਹੋਵੇ, ਅਤੇ ਉਹ ਜਿਵੇਂ ਵਰਤੰਡਾਵਾਦ ਵਿਚਾਰ ਕਰਦਿਆਂ ਕੁੱਕੜਾਂ ਵਾਂਗ ਲੜਨਾ, ਉਹ ਨਹੀਂ। ਜਿਹੜਾ ਪ੍ਰੀਤੀ ਬੜੇ ਪ੍ਰੇਮ ਨਾਲ ਵਾਦ ਕਰਨਾ, ਇੱਕ ਵਾਦ ਇੱਕ ਵਿਵਾਦ, ਵਰਤੰਡਾਵਾਦ, ਵਾਦ ਕਰਦੇ ਆ, ਅਗਲੇ ਦੀ ਵੀ ਸੁਣਦੇ, ਆਪਣੀ ਵੀ ਕਰਦੇ ਹਨ, ਅਤੇ ਸਿੱਧ ਕਰਦੇ ਆ ਸ਼ਾਸਤਰਾਂ ਦੇ ਪ੍ਰਮਾਣ ਨਾਲ, ਬੜੇ ਪ੍ਰੇਮ ਨਾਲ, ਕੋਈ ਲੜਾਈ ਝਗੜਾ ਨਹੀਂ। ਜਿਵੇਂ ਬਾਬਾ ਜੀ ਗਿਆਨੀ ਅਮਰਜੀਤ ਸਿੰਘ ਹਜ਼ੂਰ ਸਾਹਿਬ ਵਾਲੇ ਕਥਾਵਾਚਕ ਮਹਾਂਪੁਰਸ਼ ਉਹ ਦੱਸਦੇ ਸਨ ਕਿ ਇੱਕ ਵਾਰ ਕੁੰਭ ਦੇ ਮੇਲੇ ਵਿੱਚ ਉੱਥੇ ਬੜੇ ਸੰਨਿਆਸੀਆਂ ਤਿਆਗੀਆਂ ਦੀ ਮੰਡਲੀ ਇਕੱਠੀ ਹੋਈ ਸੀ, ਅਤੇ ਵਿਚਾਰ ਉਹਨਾਂ ਦੀ ਆਪੋ ਵਿੱਚ ਹੁੰਦੀ ਹੈ। ਵਿਚਾਰ ਹੁੰਦਿਆਂ ਉੱਥੇ ਉਹਨਾਂ ਦੇ ਜਿਹੜੀ ਲੜਾਈ ਹੋ ਗਈ, ਚੁੰਮਟੇ ਮਾਰ ਕੇ ਇੱਕ ਦੂਜੇ ਦੇ ਉਹਨਾਂ ਨੇ ਸਿਰ ਪਾੜ ਦਿੱਤੇ। ਵਿੱਚੋਂ ਹੀ ਕਿਸੇ ਨੇ ਕਿਹਾ ਦੂਸਰੇ ਨੇ ਆ ਕੇ ਵੀ ਇਹ ਕੀ ਹੋ ਰਿਹਾ, ਕਹਿੰਦੇ ਗਿਆਨ ਚਰਚਾ ਹੋ ਰਹੀ। ਅਤੇ ਉਹ ਕੁੰਭ ਦੇ ਮੇਲੇ 'ਚ ਉਹ ਲੜਾਈ ਝਗੜਾ ਸੰਨਿਆਸੀਆਂ ਦਾ ਬੜਾ ਪਿਆ ਹੋਇਆ ਸੀ। ਇਹ ਬਾਬਾ ਜੀ ਨੇ ਆਪ ਗੱਲ ਦੱਸੀ ਸੀ ਜਦੋਂ ਪੜ੍ਹਦੇ ਹੁੰਦੇ ਸਾਂ। ਅਤੇ ਇਸ ਤਰ੍ਹਾਂ ਜਿਹੜੇ ਪ੍ਰੀਤੀ ਦੀ ਰਸਨਾ ਨਾ ਹੋਣੇ ਕਰਕੇ ਵਰਤੰਡਾਵਾਦ, ਮਹਾਰਾਜ ਕਹਿੰਦੇ ਹਨ
ਕਿ ਮੁਖ ਊਚਰੈ ਮੂਕ ਊਚਰੈ ਸ਼ਾਸਤਰ ਖਟ। ਜੇ ਵਾਹਿਗੁਰੂ ਤੇਰੀ ਕਿਰਪਾ ਹੋ ਜਾਏ, ਜਿਹਦੀ ਪ੍ਰੀਤੀ ਰੂਪ ਰਸਨਾ ਨਹੀਂ, ਉਹ ਪ੍ਰੀਤੀ ਰੂਪ ਰਸਨਾ ਪਾ ਕੇ ਛੇ ਸ਼ਾਸਤਰੀ ਮੁਖੋਂ ਬੜੀ ਪ੍ਰੀਤੀ ਨਾਲ ਹੀ ਉਚਾਰਨ ਲੱਗ ਜਾਂਦਾ ਹੈ। ਸਿੰਘ ਗਿਰਨ ਚੜ ਜਾਏ। ਫਿਰ ਜੋ ਸਾਧਨਾ ਰੂਪੀ ਚਰਨਾਂ ਤੋਂ ਪਿੰਗਲਾ ਹੈ, ਉਹ ਸਤ ਸੰਗਤ ਦੇ ਸਹਾਰੇ ਨਾਲ ਮਹਿਮਾ ਸਾਧੂ ਸੰਗ ਕੀ, ਉੱਥੇ ਮਹਾਂਪੁਰਸ਼ਾਂ ਨੇ ਅਰਥ ਕੀਤਾ ਹੈ ਕਿ ਸਾਧੂ ਦੀ ਮਹਿਮਾ ਦੇ ਨਾਲ ਕੀ ਹੋ ਜਾਂਦਾ ਹੈ। ਸਾਧੂ ਦੀ ਸੰਗਤ ਨਾਲ ਸੰਗਤ ਕੀਤਿਆਂ ਜਿਹੜਾ ਜਾਂ ਸਾਧਨਾ ਰੂਪੀ ਚਰਨਾਂ ਤੋਂ ਜਿਹੜਾ ਪਿੰਗਲਾ ਹੈ, ਉਹ ਸਾਧਨਾ ਰੂਪੀ ਚਰਨਾਂ ਦੇ ਸਹਿਤ ਹੋ ਕੇ ਜਿਹੜੇ ਅਗਿਆਨ ਦਾ ਪਹਾੜ ਹੈ ਉਹਨੂੰ ਚੜ੍ਹ ਜਾਂਦਾ ਹੈ। ਅਗਿਆਨ ਦੇ ਪਹਾੜ ਤੋਂ ਪਾਰ ਪੈ ਕੇ ਬ੍ਰਹਮ ਦੀ ਚੋਟੀ ਉੱਪਰ ਚੜ੍ਹ ਜਾਂਦਾ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਅੰਧ ਲਖੈ ਬਦਰੁ ਸੁਨੈ। ਅੰਧ ਲਖੈ ਜਿਹੜੇ ਵਿਵੇਕ ਵੈਰਾਗ ਰੂਪੀ ਨੇਤਰ ਹਨ, ਨਹੀਂ ਨਾ ਹੈਗੇ। ਪਰੋਖ ਅਪਰੋਖ ਗਿਆਨ ਰੂਪੀ ਨੇਤਰ ਇਹ ਨਹੀਂ ਹੈਗੇ। ਇਹਨਾਂ ਤੋਂ ਬਿਨਾਂ ਜੋ ਅੰਨਾ ਹੋਇਆ ਹੈ, ਜੋ ਕਾਲ ਕਿਰਪਾ ਕਰਾਏ। ਜੇ ਵਾਹਿਗੁਰੂ ਤੇਰੀ ਕਿਰਪਾ ਹੋ ਜਾਏ, ਤੂੰ ਕਿਰਪਾ ਕਰ ਦੇਵੇਂ। ਅੰਧ ਲਖੈ ਉਹ ਜਿਹੜਾ ਅੰਧਾ ਸੀ, ਉਹ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ ਨੂੰ ਪਾ ਕੇ ਅੰਧਰੇ ਤਿਰਪਾਉਣ ਸੂਝਿਆ ਗੁਰ ਭੇਟ ਬਨੀਤਾ। ਉਹ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ ਦੇ ਸਹਿਤ ਹੋ ਕੇ, ਪਰੋਖ ਤੇ ਪਰੋਖ ਗਿਆਨ ਰੂਪੀ ਨੇਤਰਾਂ ਦੇ ਸਹਿਤ ਹੋ ਕੇ, ਸੁਰਤੀ ਬਿਰਤੀ ਰੂਪੀ ਨੇਤਰਾਂ ਦੇ ਸਹਿਤ ਹੋ ਕੇ, ਵਿਚਾਰ ਦੀ ਜਿਹੜੀ ਨਿਗਾਹ ਹੈ, ਜਿਹੜੀ ਵਿਚਾਰ ਦੀ ਨਿਗਾਹ ਨਹੀਂ ਸੀ, ਉਹ ਵਿਚਾਰ ਦੀ ਨਿਗਾਹ ਦੇ ਸਹਿਤ ਹੋ ਕੇ ਅੰਧ ਲਖੈ ਉਹ ਅੰਧਾ ਜਿਹੜਾ ਦੇਖਣ ਲੱਗ ਜਾਂਦਾ ਹੈ ਉਸ ਪਰਮਾਤਮਾ ਨੂੰ। ਉਹਦੇ ਸਰਗੁਣ ਸਰੂਪ ਨੂੰ ਦੇਖ ਲੈਂਦਾ ਹੈ, ਨਿਰਗੁਣ ਸਰੂਪ ਨੂੰ ਦੇਖ ਲੈਂਦਾ ਹੈ। ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ, ਇਹ ਜਾਣ ਲੈਂਦਾ ਹੈ। ਆਤਮ ਵਿਸਾਰਾ ਕਰਨ ਹਾਰਾ, ਇੱਕ ਬਿਨਾ ਨਹੀਂ ਜਾਣੀਐ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਰਬ ਨਿਵਾਸੀ ਨੂੰ ਜਾਣ ਲੈਂਦਾ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਐਵੇਂ ਉਹ ਅੰਧਾ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ ਦੀ ਸਹਿਤ ਹੋ ਕੇ, ਵਿਚਾਰ ਦੀ ਨਿਗਾਹ ਵਾਲਾ ਹੋ ਕੇ ਉਸ ਬ੍ਰਹਮ ਪਰਮਾਤਮਾ ਨੂੰ ਦੇਖ ਲੈਂਦਾ ਹੈ। ਜਾਂ ਵੀ ਜਿਵੇਂ ਮਹਾਂਪੁਰਸ਼ਾਂ ਦੇ ਅਰਥ ਗੁਰਬਾਣੀ ਮੁਤਾਬਕ ਅੰਧਲੇ ਤਿਰਪਾਉਣ ਸੂਝਿਆ ਕਿ ਜਿਹੜੇ ਜਾਗਰਤ ਸੁਪਨ ਅਵਸਥਾ ਹੈ ਅਤੇ ਸੁਖੋਪਤੀ ਅਵਸਥਾ ਹੈ, ਇਹ ਤਿੰਨਾਂ ਦੇ ਵਿੱਚ ਜਿਹੜਾ ਚੇਤਨ ਬ੍ਰਹਮ ਹੈ, ਇਹਨਾਂ ਨੂੰ ਚੇਤਨਤਾ ਦੇਣ ਵਾਲਾ ਤਿੰਨਾਂ ਵਿੱਚ ਜੋ ਸਾਖੀ ਰੂਪ ਹੋ ਕੇ ਵਰਤ ਰਿਹਾ, ਉਹ ਉਸਨੂੰ ਦੇਖਣ ਲੱਗ ਜਾਂਦਾ ਹੈ। ਉਸ ਬ੍ਰਹਮ ਨੂੰ, ਸਰਗੁਣ ਨਿਰਗੁਣ ਨੂੰ, ਸਰਬ ਨਿਵਾਸੀ ਨੂੰ, ਘਟ ਘਟ 'ਚ ਵਸਣ ਵਾਲੇ ਨੂੰ ਐਸਾ ਦੇਖਣ ਵਾਲਾ ਹੋ ਜਾਂਦਾ ਹੈ। ਉਹ ਅੰਨਾ ਬਦਰੋ ਸੁਣੈ। ਜਿਹੜੇ ਵਿਸ਼ਵਾਸ ਅਤੇ ਸ਼ਰਧਾ ਰੂਪੀ ਕੰਨ ਨਹੀਂ ਸਨ, ਜੋ ਕਾਲ ਕਿਰਪਾ ਕਰਾਏ। ਜੇ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਤੇਰੀ ਕਿਰਪਾ ਹੋ ਜਾਏ, ਅਤੇ ਉਹ ਵਿਸ਼ਵਾਸ ਅਤੇ ਸ਼ਰਧਾ ਰੂਪੀ ਕੰਨਾਂ ਦੇ ਸਹਿਤ ਹੋ ਕੇ ਸੁਣ ਲੱਗ ਪੈਂਦਾ ਵਾਹਿਗੁਰੂ ਦੇ ਜਸ ਨੂੰ। ਜਿੰਨਾ ਚਿਰ ਵਿਸ਼ਵਾਸ ਅਤੇ ਸ਼ਰਧਾ ਰੂਪੀ ਕੰਨ ਵੀ ਨਹੀਂ ਹੈਗੇ ਸਾਧ ਸੰਗਤ ਜੀ, ਉਹਨਾਂ ਚਿਰ ਕੁਝ ਵੀ ਸੁਣਿਆ ਨਹੀਂ ਜਾ ਸਕਦਾ। ਜੇ ਗੁਰੂ ਨੇ ਜੋ ਬਚਨ ਕਹੇ ਸ਼ਰਧਾ ਉੱਪਰ ਨਹੀਂ ਹੈ, ਫਿਰ ਸ਼ਰਧਾ ਨਹੀਂ ਹੈ, ਫਿਰ ਉਹਨਾਂ ਬਚਨਾਂ ਪਰ ਵਿਸ਼ਵਾਸ ਨਹੀਂ ਹੈ, ਅਤੇ ਉਹ ਸੁਣਿਆ ਵੀ ਅਣਸੁਣਿਆ ਹੀ ਹੈ ਅਤੇ ਸੁਣ ਸਕਦਾ ਹੀ ਨਹੀਂ। ਸ਼ਰਧਾ ਤੋਂ ਬਿਨਾਂ ਕੀ ਸੁਣੂਗਾ? ਸ਼ਰਧਾ ਹੋਊਗੀ ਧਿਆਨ ਫਿਰ ਹੀ ਦਊਗਾ ਨਾ। ਸ਼ਰਧਾ ਹੋਊਗੀ, ਸ਼ਰਧਾ ਨਾਲ ਵਿਸ਼ਵਾਸ ਵੱਜੇਗਾ, ਵਿਸ਼ਵਾਸ ਦੇ ਨਾਲ ਹੀ ਵਾਹਿਗੁਰੂ ਦਾ ਜਸ ਸੁਣ ਸਕਦਾ। ਆ ਜਿਹੜੇ ਸਾਡੇ ਵਰਗਿਆਂ ਦਾ ਕੋਈ ਸ਼ਰਧਾ ਵਿਸ਼ਵਾਸ ਨਹੀਂ ਹੈ, ਤਾਂ ਹੀ ਤਾਂ ਅਸੀਂ ਫਿਰ ਹੋਰ ਗੱਲਾਂ, ਨਿੰਦਿਆ ਚੁਗਲੀ ਜਾਂ ਗਾਣੇ ਆਦਿਕ ਸਭ ਕੁਝ ਸੁਣੀ ਜਾਂਦੇ ਹਾਂ। ਸ਼ਰਧਾ ਨਹੀਂ ਗੁਰੂ ਵੱਲ। ਸ਼ਰਧਾ ਵਿਸ਼ਵਾਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸਤਿਗੁਰ ਤੇ ਕਹਿੰਦੇ ਹੈ, ਇਹ ਸਰਵਣੋ ਮੇਰੇ ਹੋ, ਸੱਚੈ ਸੁਣਨੈ ਨੋ ਪਠਾਏ। ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਇਹ ਸਰੀਰ ਦੇ ਨਾਲ ਕੰਨ ਤਾਂ ਹੀ ਪਰਮੇਸ਼ਰ ਨੇ ਲਾਏ ਹੈ।
ਵੀ ਜਸ ਸੁਣਨ ਨੂੰ, ਬਾਣੀ ਸੁਣਨ ਵਾਸਤੇ। ਉਹ ਬਾਣੀ ਤਾਂ ਸੁਣੀ ਜਾ ਸਕਦੀ, ਵਾਹਿਗੁਰੂ ਦਾ ਜਸ ਵੀ ਤਾਂ ਜੇ ਸ਼ਰਧਾ ਹੋਊਗੀ, ਜੇ ਵਿਸ਼ਵਾਸ ਹੋਊਗਾ। ਸ਼ਰਧਾ ਬੜੀ ਜ਼ਰੂਰੀ। ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸੰਗਤ ਤੋਂ ਬਿਨਾਂ ਭਾਵ ਸ਼ਰਧਾ ਭਾਵਨਾ ਆਉਂਦੀ ਕੋਈ ਨਹੀਂ, ਅਤੇ ਸ਼ਰਧਾ ਭਾਵਨਾ ਤੋਂ ਬਿਨਾਂ ਪ੍ਰੇਮ ਨਹੀਂ ਬਣਦਾ, ਪ੍ਰੇਮ ਤੋਂ ਬਿਨਾਂ ਭਗਤੀ ਹੁੰਦੀ ਕੋਈ ਨਹੀਂ। ਗੁਰੂ ਸਾਹਿਬ ਕਹਿ ਰਹੇ ਹੈ ਅੰਤਰੀ ਭਾਵ ਨਾਲ ਜੋ ਕਾਲ ਕਿਰਪਾ ਕਰਾਏ। ਜੇ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਬਦਰੋ ਜਿਹੜੇ ਬੋਲਾ ਹੈ ਕੰਨਾਂ ਤੋਂ, ਉਹ ਵਿਸ਼ਵਾਸ ਅਤੇ ਸ਼ਰਧਾ ਰੂਪੀ ਕੰਨਾਂ ਦੇ ਸਹਿਤ ਹੋ ਕੇ ਸੁਣ ਲੱਗ ਜਾਂਦਾ ਹੈ। ਜੋ ਕਾਲ ਕਿਰਪਾ ਕਰਾਏ। ਜੇ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਹੇ ਕਾਲ ਮਹਾਕਾਲ ਵਾਹਿਗੁਰੂ ਸਤਿਨਾਮ, ਜੇ ਤੂੰ ਕਿਰਪਾ ਕਰ ਦੇਵੇਂ ਤਾਂ ਇਹ ਤਿੰਨੇ ਚੀਜ਼ਾਂ ਹੋ ਸਕਦੀਆਂ ਹਨ। ਜਿੱਥੇ ਮੂਕ ਪਾਠ ਹੈ ਇਹੀ ਸ਼ੁੱਧ ਸਮਝਣਾ ਹੈ। ਕਈ ਥਾਵਾਂ 'ਤੇ ਮੁੱਕ ਲਿਖਿਆ ਹੈ, ਮੱਮੇ ਔਂਕੜ ਕੱਕਾ ਵੀ ਮੁੱਕ ਉਚਰੈ, ਉਹ ਗਲਤ ਪਾਠ ਹੈ। ਇਹ ਜਿਹੜੇ ਲਸਾਨੀ ਸੋਧਕ ਬਣੇ ਫਿਰਦੇ ਆ, ਉਹਨਾਂ ਨੇ ਉਹ ਪਾਠ ਗਲਤ ਕੀਤਾ ਸਰੂਪ ਦੇ ਵਿੱਚੋਂ, ਅਤੇ ਆਪਣੇ ਆਪ ਨੂੰ ਸੋਧਕ ਖਵਾਉਂਦੇ ਆ। ਸੰਤ ਗਿਆਨੀ ਹਰਭਜਨ ਸਿੰਘ ਢੁੱਡੀ ਵਾਲੇ ਮਹਾਂਪੁਰਸ਼ਾਂ ਨੇ ਉਹ ਸੋਧਕਾਂ ਦੇ ਜਿਹੜੇ ਭਾਗ ਨੂੰ ਲਿਆ ਕੇ ਫਿਰ ਸਰੂਪ ਸਹੀ ਨਾ ਜਿੱਥੇ ਉਹ ਨਾਮ ਸੋਧਿਆ ਸੀ ਮਿਲਾਇਆ। ਉਹ ਦੱਸਦੇ ਵੀ 10,000 ਗਲਤੀ ਉਹਨਾਂ ਸੋਧਕਾਂ ਲਸਾਨੀਆਂ ਦੀ ਨਿਕਲੀ। ਇੰਨੀਆਂ ਗਲਤੀਆਂ ਕਰਨ ਵਾਲੇ ਉਹ ਲੋਕ, ਅਤੇ ਨਾਮ ਉਹਨਾਂ ਨੇ ਚੁਣ ਕੇ ਰੱਖਿਆ ਲਸਾਨੀ ਸੋਧਕ। ਲਸਾਨੀ ਸੋਧਕ ਕਾਹਦਾ, ਜਿਹਨੂੰ ਇੰਨਾ ਵੀ ਨਹੀਂ ਪਤਾ ਹੈ। ਇਵੇਂ ਮੂਕ ਜਿਹੜਾ ਪਾਠ ਹੈ ਗ੍ਰੰਥਾਂ ਵਿੱਚ ਉਹੀ ਸ਼ੁੱਧ ਹੈ। ਹਜ਼ੂਰ ਸਾਹਿਬ ਵਾਲੇ ਬੀੜ 'ਚ ਵੀ ਮੂਕ ਹੀ ਹੈ, ਸੰਪਰਦਾ ਦੇ ਵਿੱਚ ਵੀ ਮੂਕ ਹੀ। ਨਿਹੰਗ ਸਿੰਘਾਂ ਦੇ ਜਥੇ ਜੋ ਮਹਿਰੋਂ ਵਾਲਾ ਜਥਾ ਹੈ ਨਿਹੰਗ ਸਿੰਘਾਂ ਦਾ, ਨਿਹੰਗ ਤੇਜਾ ਸਿੰਘ ਜੀ ਮਹਾਂਪੁਰਸ਼, ਉਹਨਾਂ ਦੇ ਜਿਹੜਾ ਦਸਮ ਗ੍ਰੰਥ ਸਾਹਿਬ 'ਚ ਸੈਂਚੀਆਂ ਲਿਖੀਆਂ ਉੱਥੇ ਵੀ ਮੂਕ ਹੀ ਲਿਖਿਆ। ਇਹ ਮੂਕ ਪਾਠ ਹੀ ਠੀਕ ਸਮਝਣਾ ਹੈ। ਚੌਪਈ ਕਹਾ ਬੁੱਧ ਪ੍ਰਭ ਤੁਛ ਹਮਾਰੀ। ਗੁਰੂ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਸੁਆਮੀ, ਸਾਡੀ ਬੁੱਧੀ ਭਲਾ ਕੀ ਹੈ, ਭਾਵ ਕੁਝ ਨਹੀਂ ਹੈ। ਪ੍ਰਭ ਤੁਛ ਹਮਾਰੀ, ਹੈ ਪ੍ਰਭੂ ਬੜੀ ਤੁਛ ਹੈ ਸਾਡੀ ਬੁੱਧੀ। ਵਰਨ ਸਕਾ ਮਹਿਮਾ ਜੋ ਤਿਹਾਰੀ। ਉਸ ਬੁੱਧੀ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਤੁਹਾਡੀ ਜਿਹੜੀ ਅਪਰ ਅਪਾਰ ਮਹਾਨ ਮਹਿਮਾ ਹੈ ਉਹ ਕਹਿ ਸਕੇ, ਉਚਾਰਨ ਕਰ ਸਕੇ, ਵਰਣਨ ਕਰ ਸਕੇ ਸਾਡੀ ਬੁੱਧੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਅਸੀਂ ਆਪ ਜੀ ਦੀ ਸਿਫਤ ਜਿਹੜੀ ਕਿਸੇ ਤਰ੍ਹਾਂ ਵੀ ਕਰ ਨਹੀਂ ਸਕਦੇ ਵਾਹਿਗੁਰੂ। ਆਪ ਲਿਖੋ ਤੁਮ ਕਥਾ ਸੁਧਾਰੀ। ਇਸ ਕਰਕੇ ਜਿਹੜੀ ਆਪਣੀ ਕਥਾ ਹੈ ਮਹਾਰਾਜ ਆਪ ਹੀ ਜਿਹੜੀ ਬਣਾ ਸਵਾਰ ਕੇ ਸੁਧਾਰ ਲਓ। ਭਾਵ ਅਸੀਂ ਤੁਹਾਡੀ ਮਹਿਮਾ ਨਹੀਂ ਕਰ ਸਕਦੇ। ਤੁਸੀਂ ਜਿਹੜੀ ਇਹ ਗੁਰੂ ਜੀ ਦਾ ਇਸ਼ਾਰਾ ਹੈ, ਜਿਹੜੀ ਦਸਮ ਗ੍ਰੰਥ ਸਾਹਿਬ ਵਿੱਚ ਅੱਗੇ 24 ਅਵਤਾਰਾਂ ਦੀ ਕਥਾ ਲਿਖਦੇ ਨਾ ਮਹਾਰਾਜ, ਜਾਂ ਬਚਿੱਤਰ ਨਾਟਕ ਦੀ ਅੱਗੇ ਕਥਾ ਹੁੰਦੀ, ਗਿਆਨ ਪ੍ਰਬੋਧ, ਸਾਰੀ ਜਿਹੜੀ ਦਸਮ ਦੀ ਬਾਣੀ ਲਿਖਦੇ ਹੈ। ਸਤਿਗੁਰੂ ਉਸ ਗੱਲ ਵੱਲ ਇਸ਼ਾਰਾ ਹੈ ਕਿ ਹੇ ਮਹਾਰਾਜ ਅਸੀਂ ਜਿਹੜੀ ਕਥਾ ਨਾ ਆਪਣੇ ਆਪ ਲਿਖ ਨਹੀਂ ਸਕਦੇ, ਸਾਡੀ ਬੁੱਧੀ ਬੜੀ ਤੁੱਛ ਹੈ। ਨਿਮਰਤਾ ਨਾਲ ਮਹਾਰਾਜ ਕਹਿ ਰਹੇ ਹੈ, ਆਪ ਹੀ ਆਪਣੀ ਜਿਹੜੀ ਕਥਾ ਬਣਾ ਸੁਧਾਰ ਕੇ ਲਿਖਾ ਲਿਓ। ਗੁਰੂ ਮਹਾਰਾਜ ਜੇ ਕਿਤੇ ਭੁੱਲ ਗਲਤੀ ਚੁੱਕ ਹੋ ਜਾਏ, ਉਸ ਕਥਾ ਨੂੰ ਆਪ ਹੀ ਸਹੀ ਰੂਪ ਵਿੱਚ ਲਿਖਵਾ ਲੈਣਾ। ਸਾਡੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਤੁਹਾਡੀ ਸਿਫਤ ਕਰ ਸਕੀਏ। ਕਹਾ ਲੱਗਾ ਇਹੋ ਕੀਟ ਬਖਾਨਾ। ਕਿੱਥੋਂ ਕੁ ਤੱਕ ਇਹੋ ਕੀਟ ਕਹੀਏ ਦਾਸ ਤੁਹਾਡਾ, ਮਹਾਰਾਜ ਤੁਹਾਡੀ ਕਥਾ ਕਥਨ ਕਰ ਸਕੇ। ਦਾਸ ਜਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਮਹਿਮਾ ਤੋਰ ਤੋਹੀ ਪ੍ਰਭ ਜਾਨਾ। ਜਿਹੜੀ ਵਾਹਿਗੁਰੂ ਤੁਹਾਡੀ ਮਹਿਮਾ ਹੈ ਉਹ ਤੁਸੀਂ ਪ੍ਰਭੂ ਆਪ ਹੀ ਜਾਣਦੇ ਹੋ। ਤੁਹਾਡੀ ਮਹਿਮਾ ਆਪ ਹੀ ਤੁਸੀਂ ਜਾਣਦੇ ਹੋ। ਗੁਰ ਕੀ ਮਹਿਮਾ ਕਹੀ ਨਾ ਜਾਏ। ਤੁਸੀਂ ਸਾਡੇ ਗੁਰੂ ਹੋ, ਗੁਰਦੇਵ ਮਾਤਾ ਗੁਰਦੇਵ ਪਿਤਾ, ਅਤੇ ਤੁਹਾਡੀ ਮਹਿਮਾ ਨਹੀਂ ਕਹੀ ਜਾ ਸਕਦੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਜਿਹੜੀ ਤੁਹਾਡੀ ਗਤ ਮਿਤ ਅਵਸਥਾ ਮਰਿਆਦਾ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ, ਅਸੀਂ ਕੀ ਜਾਣਦੇ ਹਾਂ। ਅਤੇ ਕਿੱਥੋਂ ਕੁ ਤੱਕ ਤੁਹਾਡੀ ਗੱਲ ਮਹਾਰਾਜ ਕਥਨ ਕਰ ਸਕਦੇ। ਮਹਿਮਾ
ਆਪਣੀ ਮਹਿਮਾ ਤੁਸੀਂ ਪ੍ਰਭੂ ਆਪ ਹੀ ਜਾਣਦੇ ਸਮਝਦੇ ਹੋ। ਪਿਤਾ ਜਨਮ ਜਮ ਪੂਤ ਨਾ ਪਾਵੈ। ਜਿਸ ਤਰ੍ਹਾਂ ਲੋਕ ਕਥਨੀ ਹੈ, ਲੋਕ ਉਕਤੀ ਹੈ ਕਿ ਪਿਤਾ ਦਾ ਜਨਮ ਜਿਵੇਂ ਪੁੱਤਰ ਨਹੀਂ ਪਾ ਸਕਦਾ। ਪੁੱਤਰ ਕੀ ਜਾਣੇ ਪਿਤਾ ਦਾ ਜਨਮ ਦੇ ਬਾਰੇ, ਕਦੋਂ ਹੋਇਆ, ਕਿੱਦਾਂ ਹੋਇਆ, ਉਦੋਂ ਕੌਣ ਕੌਣ ਸੀ, ਕਿਵੇਂ ਦਾ ਮਾਹੌਲ ਸੀ, ਕਿਵੇਂ ਸਮਾਂ ਸੀ। ਪੁੱਤ ਨਹੀਂ ਜਾਣ ਸਕਦਾ ਪਿਓ ਦੇ ਜਨਮ ਨੂੰ। ਪਿਓ ਜ਼ਰੂਰ ਪੁੱਤ ਦੇ ਜਨਮ ਨੂੰ ਜਾਣਦਾ ਹੈ। ਪਿਤਾ ਕਾ ਜਨਮ ਕੇ ਜਾਣੇ ਪੂਤ, ਜਿਵੇਂ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਨ ਕਿ ਪਿਤਾ ਦਾ ਜਨਮ ਪੁੱਤ ਕੀ ਜਾਣਦਾ ਹੈ, ਨਹੀਂ ਜਾਣ ਸਕਦਾ। ਪਿਤਾ ਜਾਣ ਸਕਦਾ, ਪੁੱਤ ਨਹੀਂ। ਸਤਿਗੁਰੂ ਪਰਮਾਤਮਾ ਜੀ, ਪਿਤਾ ਤੁਸੀਂ ਸਾਡੇ ਹੋ, ਅਸੀਂ ਤੁਹਾਡੇ ਸੁਪੁੱਤਰ ਹਾਂ। ਅਤੇ ਜਿਵੇਂ ਪਿਤਾ ਦੇ ਜਨਮ ਨੂੰ ਪੁੱਤ ਨਹੀਂ ਪਾਉਂਦਾ, ਜਾਣਕਾਰੀ ਜਾਣਦਾ ਨਹੀਂ ਹੈ, ਇਸੇ ਤਰ੍ਹਾਂ ਹੀ ਕਿਵੇਂ ਪਾ ਸਕਦੇ ਤੁਹਾਡੇ ਜਨਮ ਬਾਰੇ। ਕਹਾ ਤਵਨ ਕਾ ਭੇਦ ਬਤਾਵੈ। ਕੀ ਤੇਰਾ ਵਾਹਿਗੁਰੂ ਭੇਦ ਦੱਸ ਸਕਦੇ ਹਾਂ, ਜਾਂ ਕਹਾ ਤਵਨ ਕਾ ਭੇਦ ਬਤਾਵੈ। ਕੀ ਉਹ ਪੁੱਤਰ ਆਪਣੇ ਪਿਤਾ ਦਾ ਜਿਹੜਾ ਭੇਦ ਦੱਸ ਸਕਦਾ, ਨਹੀਂ ਦੱਸ ਸਕਦਾ। ਅਸੀਂ ਤੁਹਾਡੇ ਸੁਪੁੱਤਰ ਹੀ ਹਾਂ ਮਹਾਰਾਜ ਵਾਹਿਗੁਰੂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਕਿਰਪਾ ਕਰੀ ਹਮ ਪਰ ਜਗ ਮਾਤਾ। ਸਤਿਗੁਰੂ ਜੀ, ਤੁਹਾਡੀ ਮਹਿਮਾ ਅਸੀਂ ਕੀ ਦੱਸ ਸਕਦੇ, ਕੀ ਤੁਹਾਡਾ ਭੇਦ ਦੱਸ ਸਕਦੇ ਹਾਂ। ਤੁਮਰੀ ਪ੍ਰਭਾ ਤੁਮੈ ਬਨ ਆਈ। ਜਿਹੜੀ ਤੁਹਾਡੀ ਪ੍ਰਭਾ ਸੋਭਾ ਉਪਮਾ ਵਡਿਆਈ ਹੈ, ਉਹ ਤਾਂ ਤੁਹਾਨੂੰ ਹੀ ਬਣਾਉਂਦੀ ਹੈ। ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰੂ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ। ਅਸੀਂ ਕੀ ਕਹਿ ਸਕਦੇ ਹਾਂ ਤੁਹਾਡੀ ਉਪਮਾ, ਤੁਹਾਡੀ ਸੋਭਾ, ਤੁਹਾਡੀ ਵਡਿਆਈ। ਇਹ ਤਾਂ ਜਿਹਵਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤਰਾਂ ਕਿਨਹੀ ਲਹੀ ਹੈ। ਤੁਹਾਡੀ ਮਹਿਮਾ ਹੀ ਕੀ ਕਰ ਸਕਦੇ ਸੱਚਿਆ ਪਾਤਸ਼ਾਹ। ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਤੇਰੀ ਉਪਮਾ ਤੋਹੇ ਬਨ ਆਵੈ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਕੀ ਉਪਮਾ ਹੀ ਦੇ ਸਕਦੇ ਜੇ ਜਦ ਤੂੰ ਮਾਲਕ ਆਪ ਹੀ ਆਪਣੇ ਵਿੱਚ ਹੀ ਹੈ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਆਪਣੇ ਆਪ ਨੂੰ ਤੁਸੀਂ ਆਪ ਹੀ ਜਾਣਦੇ ਹੋ। ਇਹ ਜੀਵ ਵਿਚਾਰਾ ਕੀ ਜਾਣਦਾ ਹੈ। ਮਹਾਰਾਜ ਉਪਮਾਨ ਵੀ ਤੁਸੀਂ ਆਪ ਹੋ, ਉਪਮੇୟ ਰੂਪ ਵੀ ਆਪ ਹੋ। ਔਰਨ ਤੇ ਨਹੀਂ ਜਾਤ ਬਤਾਈ। ਹੋਰ ਭਾਵੇਂ ਕਿੰਨੀ ਕਹਿਣ ਦੀ ਕੋਸ਼ਿਸ਼ ਕਰ, ਹੋਰਾਂ ਕੋਲ ਤੁਹਾਡੀ ਮਹਿਮਾ ਦੱਸੀ ਨਹੀਂ ਜਾ ਸਕਦੀ, ਉਹ ਦੱਸ ਨਹੀਂ ਸਕਦੇ। ਤੁਮਰੀ ਕਿਰਿਆ ਤੁਮ ਹੀ ਪ੍ਰਭ ਜਾਨਾ। ਤੁਹਾਡੀ ਜਿਹੜੀ ਕਰਮ ਕਿਰਿਆ ਹੈ ਉਹ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ। ਸੰਸਾਰ ਨੂੰ ਪੈਦਾ ਕਰਨ ਦੀ, ਸੰਸਾਰ ਦੀ ਪਾਲਣਾ ਕਰਨ ਦੀ, ਸੰਸਾਰ ਦੀ ਲਹਿਤਾ ਕਰਨ ਦੀ ਇਹ ਕਿਰਿਆ ਤੁਸੀਂ ਆਪ ਹੀ ਜਾਣਦੇ ਹੋ। ਹਰਨ ਭਰਨ ਜਾ ਕਾ ਨੇਤਰ ਫੋਰ, ਇਹ ਆਪ ਹੀ ਤੁਸੀਂ ਜਾਣਦੇ। ਸ੍ਰਿਸ਼ਟੀ ਨੂੰ ਪੈਦਾ ਕਰਨਾ, ਉਤਪਤੀ ਕਰਕੇ ਪਾਲਣਾ ਲਹਿਤਾ ਕਰਨੀ, ਮਹਾਰਾਜ ਬ੍ਰਹਿਮੰਡ ਨੂੰ ਰਚਨਾ, ਤੋੜਨਾ, ਭੰਨਣਾ, ਇਹ ਕਿਰਿਆ ਤੁਸੀਂ ਆਪ ਜਾਣਦੇ ਹੋ। ਇਹਦੇ ਬਾਰੇ ਕੋਈ ਨਹੀਂ ਜਾਣਦਾ ਹੈ। ਗੁਰੂ ਨਾਨਕ ਸਾਹਿਬ ਜੀ ਸਿੱਧਾਂ ਨੂੰ ਤਾਂ ਹੀ ਕਹਿ ਕਿਹਾ ਸੀ ਕਿ ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹੋ ਕਵਣ ਜਿਤ ਹੋਆ ਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਆਪੇ ਹੀ ਉਹ ਜਾਣਦਾ ਹੈ, ਹੋਰ ਕੋਈ ਕੀ ਜਾਣਦਾ ਹੈ। ਹੁਣ ਮੁਸਲਮਾਨਾਂ ਦੇ ਅਨੁਮਾਨ ਹੈ ਵੀ ਖੁਦਾ ਨੇ ਜਦੋਂ ਸ੍ਰਿਸ਼ਟੀ ਰਚੀ ਉਹਨੇ ਕੁਨ ਸ਼ਬਦ ਕਿਹਾ ਹੈ। ਸਨਾਤਨ ਮਤ ਵਿੱਚ ਅੱਥ ਮੰਨਦੇ ਹੈ, ਓਮ ਮੰਨਦੇ ਹਨ। ਉਹ ਵੱਖਰੇ ਵੱਖਰੇ ਅਨੁਮਾਨ ਹਨ। ਜਿਵੇਂ ਅੱਜ ਕੱਲ੍ਹ ਵੀ ਅਨੁਮਾਨ ਲਾਉਂਦੇ ਨਾ ਵੀ ਸਵੇਰੇ ਮੀਂਹ ਪੈ ਜਾਣਾ, 5 ਦਿਨ ਮੀਂਹ ਰਹਿਣਾ, ਧੁੰਦ ਸਵੇਰੇ ਪੈ ਜਾਣੀ ਹੈ, ਲੱਥ ਜਾਣੀ ਹੈ। ਉਹ ਕਿਸੇ ਵੇਲੇ ਕੋਈ ਅਨੁਮਾਨ ਲਿਆ ਸੱਚ ਨਹੀਂ ਅਤੇ ਉਲਟਾ ਹੀ ਸਾਰਾ ਹੁੰਦਾ ਹੈ। ਕਈ 3 ਦਿਨ ਮੀਂਹ ਕਹਿ ਦਿੰਦੇ, ਮੁੜ ਕੇ ਉਹ ਤਾਂ ਅਗਲੇ ਦਿਨ ਧੁੱਪ ਲੱਗ ਜਾਂਦੀ ਹੈ। ਇਹ ਸਾਰੇ ਅਨੁਮਾਨ ਹਨ। ਵੇਦਾਂਤੀਆਂ ਨੇ ਇਹ ਕਿਹਾ ਹੈ ਕਿ ਉਹਦੀ ਇੱਛਾ ਹੋਈ ਉਸ ਨੂੰ ਕਿ ਏਕੋ ਹੰ ਬਹੁ ਸਿਆਮਾ, ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਜਿਸ ਕਰਕੇ ਉਹ ਬ੍ਰਹਮ ਮਾਇਆ ਸਬਲ ਈਸ਼ਵਰ ਸਹਿਤ ਹੋ ਕੇ ਅਤੇ ਸ੍ਰਿਸ਼ਟੀ ਦੀ ਰਚਨਾ ਕੀਤੀ।
ਕੋਈ ਉਹਦੇ ਬ੍ਰਹਮਾ ਦੇ ਪੁੱਤਰਾਂ ਤੋਂ, ਜਿਹੜੇ ਉਹਦੇ ਲੜਕੀ ਦੇ ਲੜਕਾ ਹੋਏ, ਉਹ ਤੋਂ ਪੈਦਾ ਹੋਈ ਸ੍ਰਿਸ਼ਟੀ। ਨਿਆਏ ਵਾਲੇ ਕਹਿੰਦੇ ਵੀ ਜਿਹੜੇ ਅਣੂ ਹਨ, ਪਰਮਾਣੂਆਂ ਤੋਂ ਹੋਈ ਹੈ ਸ੍ਰਿਸ਼ਟੀ ਦੀ ਉਤਪਤੀ। ਕਈ ਰੂਪਾਂ ਵਿੱਚ ਕਹਿੰਦੇ ਹਨ। ਅੱਗੇ ਵੀ ਸਤਿਗੁਰੂ ਮਹਾਰਾਜ ਜੀ ਖੁਲਾਸਾ ਇਹਦਾ ਕਰਨਗੇ, ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਹਨ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਆਪੇ ਹੀ ਉਹ ਜਾਣਦਾ ਹੈ। ਆ ਜਿੰਨੇ ਵੀ ਦੱਸਣ ਵਾਲੇ ਹੈ, ਉਦੋਂ ਕੋਈ ਵੀ ਨਹੀਂ ਸੀ ਹੈਗਾ, ਫਿਰ ਇਹ ਕੀ ਕੋਈ ਦੱਸ ਸਕਦਾ। ਇਹ ਤਾਂ ਜਿੱਦਾਂ ਕੋਈ ਸਿੱਧੀ ਸ਼ਕਤੀ ਪ੍ਰਾਪਤ ਕਰ ਲੈਂਦਾ ਸਾਧਨਾ ਕਰਕੇ, ਫਿਰ ਉਹ ਆਪਣਾ ਅਨੁਮਾਨ ਲਾਉਂਦਾ ਹੈ। ਜਿਵੇਂ ਮਨੂ ਸਿਮਰਤੀ ਮੁਤਾਬਕ ਕਿ ਉਸ ਜੋ ਵੱਡਾ ਮਹਾਂਪੁਰਖ ਹੈ, ਉਹਨੇ ਪਹਿਲਾਂ ਸਵਰਨ ਰੂਪ ਵਿੱਚ ਸੋਨੇ ਵਰਗਾ ਇੱਕ ਆਂਡਾ ਬਣਾਇਆ। ਫਿਰ ਕੁਝ ਸਮੇਂ ਬਾਅਦ ਉਸਨੇ ਆਂਡਾ ਭੰਨ ਦਿੱਤਾ। ਆਂਡੇ ਵਿੱਚ ਇੱਕ ਹੋਰ ਪੁਰਖ ਨਿਕਲਿਆ। ਉਸ ਪੁਰਖ ਨੂੰ ਮਹਾਂਪੁਰਖ ਨੇ ਕਿਹਾ ਵੀ ਤੂੰ ਇੰਝ ਕਰ, ਸ੍ਰਿਸ਼ਟੀ ਰਚਨਾ ਕਰ ਦੇ। ਫਿਰ ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਜਿਹੜੇ ਸਵਰਨ ਦੀ ਸ਼ਕਲ ਦਾ ਆਂਡਾ ਸੀ, ਉਹਦੇ 2 ਹਿੱਸੇ ਕੀਤੇ। ਉਹਦਾ ਇੱਕ ਹਿੱਸੇ ਤੋਂ ਆਕਾਸ਼ ਬਣਾ ਦਿੱਤੇ, ਇੱਕ ਹਿੱਸੇ ਤੋਂ ਜਿਹੜਾ ਪਤਾਲ ਬਣਾ ਦਿੱਤੇ, ਧਰਤੀ ਬਣਾ ਦਿੱਤੀ। ਅਤੇ ਕਈ ਅਰਥ ਜਦੋਂ ਬ੍ਰਹਮੰਡ ਦਾ ਅਰਥ ਇਹ ਵੀ ਕਹਿੰਦੇ ਜੋ ਬ੍ਰਹਮ ਦਾ ਅੰਡਾ ਹੈ, ਜੋ ਵਿਆਪਕ ਵਾਹਿਗੁਰੂ ਦਾ ਜੋ ਅੰਡ ਹੈ, ਉਹਨੂੰ ਕਹੀਦਾ ਬ੍ਰਹਮੰਡ। ਇਸ ਤਰ੍ਹਾਂ ਵੱਖੋ ਵੱਖਰੇ ਉਹ ਸਭ ਮੰਨਦੇ ਹਨ। ਕੋਈ ਕਹਿੰਦਾ ਵੀ ਉਹ ਤ੍ਰਿਦਾ ਓਅੰਕਾਰ ਆਦਿ ਕਥਨੀ ਅਨਾਦਿ, ਜਿਵੇਂ ਮਹਾਰਾਜ ਜੀ ਨੇ ਕਿਹਾ ਹੈ ਕਿ ਓਅੰਕਾਰ ਵਾਹਿਗੁਰੂ ਨੇ ਪਹਿਲਾਂ ਉਚਾਰਨ ਕੀਤਾ ਸੁੰਨ ਸਮਾਧੀ ਵਿੱਚ ਹੋ ਕੇ, ਅਤੇ ਉੱਥੋਂ ਤ੍ਰਿਦਾ ਮੂਰਤ ਹੋਈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਇੱਕ ਜਿਹੜਾ ਸ੍ਰਿਸ਼ਟੀ ਸਾਜੀ ਜਾਂਦਾ, ਇੱਕ ਉਤਪਤੀ, ਇੱਕ ਲੈਤਾ ਕਰੀ ਜਾਂਦੇ ਹਨ, ਇੱਕ ਪਾਲਣਾ ਕਰੀ ਜਾਂਦਾ ਹੈ। ਇਵੇਂ ਦਾ ਜਿਹੜਾ ਹੈ ਕਥਨ ਹੈ, ਵਾਰੀ ਵਾਰੀ ਆਉਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿ ਰਹੇ, ਤੁਮਰੀ ਕਿਰਿਆ ਕਹ ਕਉ ਕਹੈ। ਮਹਾਰਾਜ ਤੁਮਰੀ ਕਿਰਿਆ ਤੁਮ ਹੀ ਪ੍ਰਭ ਜਾਨੋ। ਮਹਾਰਾਜ ਜਿਹੜੀ ਤੁਹਾਡੀ ਕਿਰਿਆ ਹੈ ਨਾ, ਤੁਹਾਡੀ ਕਰਮ ਕਿਰਿਆ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਹੁਣ ਸ਼ਾਂਤੀ ਵਰਤਾਉਣਾ ਚਾਹੁੰਦੇ ਹੋ, ਇੱਥੇ ਹੁਣੇ ਜਿਹੜਾ ਹੈ ਰੌਲ ਘਚੋਲ ਪਾਉਣਾ ਚਾਹੁੰਦੇ ਹੋ, ਠੰਡ ਪਾਉਣੀ ਚਾਹੁੰਦੇ ਹੋ, ਗਰਮੀ ਪਾਉਣੀ ਚਾਹੁੰਦੇ ਹੋ, ਕੁਝ ਵੀ ਸਤਿਗੁਰੂ ਮਹਾਰਾਜ ਇਹ ਤੁਸੀਂ ਆਪਣੀ ਕਿਰਿਆ ਪ੍ਰਭੂ ਤੁਸੀਂ ਆਪ ਹੀ ਜਾਣਦੇ ਹੋ। ਤੁਮਰੀ ਗਤਿ ਮੈਂ ਤੁਮ ਹੀ ਜਾਣੀ, ਆਪਣੇ ਆਪ ਹੀ ਜਾਣਦੇ ਹੋ। ਊਚ ਨੀਚ ਕਸ ਸਕਤ ਬਖਾਨਾ। ਕੈਸੀ ਸ਼ਕਤੀ ਹੈ, ਕਿਸ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਥੋੜ੍ਹੀ ਬਹੁਤੀ ਤੁਹਾਡੇ ਬਾਰੇ, ਤੁਹਾਡੀ ਕਿਰਿਆ ਬਾਰੇ ਮਹਾਰਾਜ ਕਹਿ ਸਕੇ, ਜਾਂ ਤੁਹਾਡੀ ਉਪਮਾ ਕਹਿ ਸਕੇ। ਉੱਚੀ ਕਹੀਏ ਵੀ ਉੱਚੀ ਨੀਵੀਂ, ਥੋੜ੍ਹੀ ਬਹੁਤੀ, ਕਿਸ ਵਿੱਚ ਇੰਨੀ ਸ਼ਕਤੀ ਹੈ ਉਹ ਕਹਿ ਸਕੇ, ਕਹਿ ਨਹੀਂ ਸਕਦਾ ਹੈ। ਊਚ ਨੀਚ, ਆ ਜਿਹੜੇ ਊਚ ਆਕਾਸ਼ ਬਣਾਏ ਹੈ, ਉੱਥੇ ਕਿਵੇਂ ਤੁਸੀਂ ਉਤਪਤੀ ਪਾਲਣਾ ਲੈਤਾ ਕਰਦੇ ਹੋ। ਫਿਰ ਨੀਚ ਜਿਹੜੇ ਪਤਾਲ ਬਣਾਏ, ਜਾਂ ਨੀਚ ਧਰਤੀ ਬਣਾਈ ਹੈ ਨੀਵੀਂ, ਅਤੇ ਕਿਸ ਤਰ੍ਹਾਂ, ਕਿਸ ਵਿੱਚ ਐਸੀ ਸ਼ਕਤੀ ਉਹ ਕਥਨ ਕਰ ਸਕੇ ਵੀ ਕਿਵੇਂ ਉਤਪਤੀ ਪਾਲਣਾ ਲੈਤਾ ਕਰਦੇ ਹੋ। ਊਚ ਫਿਰ ਜਿਹੜਾ ਹੈ ਆਹ ਧਰਤੀ ਹੈ, ਕਿ ਧਰਤੀ ਵਿੱਚ ਕਿਵੇਂ ਜੀਵਾਂ ਦੀ ਪਾਲਣਾ ਕਰਦੇ ਹੋ, ਕਿਸ ਵਿੱਚ ਐਸੀ ਸ਼ਕਤੀ ਕਥਨ ਕਰੀ। ਨੀਚ ਜਿਹੜੇ ਪਤਾਲ ਹੈ, ਨੀਚ ਜਾਂ ਸਮੁੰਦਰ ਹਨ, ਜਿਹਦੇ ਵਿੱਚ 42 ਲੱਖ ਜੂਨਾਂ ਹਨ, ਉਹਨਾਂ ਬਾਰੇ ਕਿਵੇਂ ਤੁਸੀਂ ਵੀ ਉਹਨਾਂ ਦੀ ਕਿਵੇਂ ਉਤਪਤੀ ਪਾਲਣਾ ਲੈਤਾ ਕਰਦੇ ਹੋ, ਕਿਸ ਵਿੱਚ ਐਸੀ ਸ਼ਕਤੀ ਕਥਨ ਕਰ ਸਕੇ। ਊਚ ਜੋ ਤੁਹਾਡਾ ਨਿਰਗੁਣ ਸਰੂਪ ਹੈ, ਉਹ ਕਿਵੇਂ ਕੋਈ ਕਥਨ ਕਰ ਸਕਦਾ ਹੈ। ਨੀਚ ਜਿਹੜਾ ਸਰਗੁਣ ਸਰੂਪ ਹੈ, ਉਸ ਬਾਰੇ ਕਿਸ ਤਰ੍ਹਾਂ ਕੋਈ ਕਥਨ ਕਰ ਸਕਦਾ ਹੈ। ਨੀਚ ਦਾ ਅਰਥ ਨੀਚ ਨਹੀਂ ਹੈ, ਨੀਚ ਦਾ ਅਰਥ ਵੀ ਜੋ ਆਪ ਜੀ ਦਾ ਦੂਸਰਾ ਸਰੂਪ ਹੈ। ਊਚ ਪਹਿਲਾ, ਨੀਚ ਦੂਸਰਾ। ਪਹਿਲਾ ਸਰਗੁਣ ਨਿਰਗੁਣ ਸਰੂਪ ਹੈ, ਨੀਚ ਦੂਸਰਾ ਜਿਹੜਾ ਸਰਗੁਣ ਸਰੂਪ ਹੈ। ਇਹ ਦੋਵਾਂ ਸਰੂਪਾਂ ਬਾਰੇ ਕਿਸ ਤਰ੍ਹਾਂ ਕੋਈ ਕਥਨ ਕਰ ਸਕਦਾ ਹੈ। ਇੰਨੀ ਸ਼ਕਤੀ ਕਿਸ ਵਿੱਚ ਹੈ ਜੋ ਕਥਨ ਕਰਕੇ ਕਹਿ ਸਕੇ। ਤੁਹਾਡੀ ਉਪਮਾ ਕੋਈ ਕਹਿ ਨਹੀਂ ਸਕਦਾ ਹੈ। ਸ਼ੇਸ਼ ਨਾਗ ਸਿਰ ਸਹਸ ਬਨਾਈ। ਆਪ ਜੀ ਨੇ ਸ਼ੇਸ਼ ਨਾਗ ਪਹਿਲਾਂ ਉਹ ਸੱਪ ਨੂੰ ਬਣਾਉਣਾ ਕੀਤਾ। ਸ਼ੇਸ਼ ਨਾਗ ਸੱਪ ਨੂੰ ਬਣਾ ਕੇ ਉਹਦੇ
ਸਿਰ 1000 ਬਣਾਏ ਹਨ। ਦਵੈਸ ਹੰਸ ਰਸ ਨਾਹ ਸਹਾਈ। ਤੇ ਜਿਸ ਦੇ 1000 ਸਿਰ ਵਿੱਚ 2-2 ਰਸਨਾ ਦੇ ਦਿੱਤੀਆਂ, ਜਿਸ ਕਰਕੇ 2000 ਰਸਨਾ ਸੋਭਨੀਕ ਹੋ ਰਹੀਆਂ ਹਨ ਹਰ ਵੇਲੇ ਹੀ। ਰਟਤ ਅਬ ਲੱਗੇ ਨਾਮ ਅਪਾਰਾ। ਉਹ ਅੱਜ ਤੱਕ ਅਬ ਲੱਗੇ ਕਹੀਏ ਹੁਣ ਤੱਕ। ਮਹਾਰਾਜ ਕਦੋਂ ਦੀ ਤੁਸੀਂ ਆਪਣੀ ਮੌਜ ਵਿੱਚ ਆਪਣੀ ਸੇਜਾ ਬਣਾਈ ਹੈ। ਨਾਰਾਇਣ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ। ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੁਰ ਮਰਮ ਨਾ ਜਾਨਾ। ਇਵੇਂ ਸ਼ੇਸ਼ ਨਾਗ ਦੀ ਸੇਜਾ 'ਤੇ ਤੁਸੀਂ ਬਿਰਾਜਦੇ ਹੋ ਅਤੇ ਉਹ ਸ਼ੇਸ਼ ਨਾਗ ਦੀ 2000 ਰਸਨਾ ਜ਼ਬਾਨੀ ਹੈ, 1000 ਉਹਦੀ ਫਾਨੀ ਹੈ। ਅਤੇ ਹੁਣ ਤੱਕ ਤੁਹਾਡਾ ਨਾਮ ਬੇਅੰਤ ਬੇਅੰਤ ਰਟਦਾ ਹੀ ਜਾ ਰਿਹਾ ਹੈ, ਲਈ ਜਾਂਦਾ ਹੈ। ਤੁਮਰੋ ਤਉ ਨਾ ਪਾਵਤ ਪਾਰਾ। ਤੁਮਰੋ ਤਉ ਤੁਹਾਡਾ ਤਾਂ ਵੀ ਉਸਨੇ ਪਾਰਾਵਾਰ ਨਹੀਂ ਪਾਇਆ ਹੈ, ਅੰਤ ਨਹੀਂ ਪਾ ਸਕਿਆ। ਸੇਖ ਨਾਗ ਉੱਤਰ ਮਰਮ ਨਾ ਜਾਨਾ, ਭੇਦ ਨਹੀਂ ਜਾਣਿਆ। ਹਰ ਵਕਤ ਉਹਦੀ ਸੇਜਾ 'ਚ ਹੀ ਪਏ ਰਹਿੰਦੇ ਹੋ, ਫਿਰ ਵੀ ਤੁਹਾਡਾ ਭੇਦ ਨਹੀਂ ਜਾਣਿਆ ਵੀ ਤੁਸਾਂ ਨੇ ਅਗਲਾ ਕਦਮ ਕੀ ਚੁੱਕਣਾ, ਕੀ ਕਰਨਾ ਹੈ। ਤੁਮਰੀ ਕਿਰਿਆ ਕਹਾ ਕਉ ਕਹੈ। ਆਪ ਜੀ ਦੀ ਜਿਹੜੀ ਕਿਰਿਆ ਕਰਮ ਹੈ ਉਸ ਨੂੰ ਕੋਈ ਕੀ ਕਹਿ ਸਕਦਾ, ਕਹਿ ਹੀ ਨਹੀਂ ਸਕਦਾ। ਸੱਚਾ ਪਾਤਸ਼ਾਹ ਤੁਹਾਡੀ ਕਿਰਿਆ ਨੂੰ ਵੀ ਕਿਵੇਂ ਆਪ ਜੀ ਕੁਝ ਕਰਨ ਵਾਲੇ ਹੋ। ਆਪ ਤੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਕਵਾਤ। ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ। ਉਹ ਸਾਰਾ ਕੁਝ ਕਹਿੰਦੇ ਅਸਲ ਵਿੱਚ ਇੱਕੋ ਹੀ ਹੈ ਰੱਬ। ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਆਪਣੀ ਕਿਰਿਆ ਤੁਸੀਂ ਆਪ ਹੀ ਜਾਣਦੇ ਹੋ, ਕੋਈ ਭਲਾ ਕੀ ਕਹਿ ਸਕਦਾ, ਕਹਿ ਹੀ ਨਹੀਂ ਸਕਦਾ। ਸਮਝਤ ਬਾਤ ਉਰਜ ਮਤ ਰਹੈ। ਜਾਂ ਕਾਹਾ ਦਾ ਅਰਥ ਕਿੱਥੋਂ ਹੁੰਦਾ, ਕਿੱਥੇ। ਤੁਮਰੀ ਤੁਹਾਡੀ ਕਿਰਿਆ ਕਿੱਥੋਂ ਤੱਕ ਕੋਈ ਕਹਿ ਸਕਦਾ ਹੈ, ਨਹੀਂ ਕਹਿਣ ਜੋਗਾ। ਸਮਝਤ ਬਾਤ ਉਰਜ ਮਤ ਰਹੈ। ਸਗੋਂ ਜਿਹੜਾ ਐਵੇਂ ਕੋਸ਼ਿਸ਼ ਕਰਦਾ ਹੈ ਉਸ ਇਹ ਗੱਲ ਸਮਝਦਿਆਂ ਹੀ ਉਹਦੀ ਦੀ ਜਿਹੜੀ ਬੁੱਧੀ ਹੈ, ਮੱਤ ਹੈ, ਹੋਸ਼ ਹੈ, ਉਰਜੀ ਰਹਿੰਦੀ ਆ, ਅਸਚਰਜੀ ਰਹਿੰਦੀ, ਹੱਕੀ ਬੱਕੀ ਰਹਿੰਦੀ, ਉਹ ਫਸੀ ਰਹਿੰਦੀ ਹੈ, ਕੁਝ ਕਹਿ ਨਹੀਂ ਸਕਦੀ, ਚਕਰਤੀ ਹੋ ਜਾਂਦਾ। ਉਹ ਕਹਿੰਦਿਆਂ ਜੇ ਕੋਸ਼ਿਸ਼ ਕਰਦਾ ਵੀ ਮੈਂ ਤੁਹਾਡੀ ਅਵਸਥਾ ਕਹਿ ਸਕਦਾ ਹਾਂ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋਈ ਕਹੇ ਪਿੱਛੇ ਪਛਤਾਏ। ਜੇ ਕੋਈ ਕਹਿਣ ਦੀ ਕੋਸ਼ਿਸ਼ ਕਰਦਾ ਫਿਰ ਪਿੱਛੋਂ ਪਛਤਾਉਂਦਾ ਕਿ ਕਾਹਨੂੰ ਐਵੇਂ ਕਹਿਣ ਲੱਗ ਪਿਆ, ਮੈਂ ਤੇ ਕਹਿ ਹੀ ਨਹੀਂ ਸਕਿਆ। ਸੂਖਮ ਰੂਪ ਨਾ ਵਰਨਾ ਜਾਏ। ਜਿਹੜਾ ਤੁਹਾਡਾ ਸੂਖਸ਼ਮ ਰੂਪ ਹੈ ਨਾ, ਨਿਰਗੁਣ ਸਰੂਪ ਮਹਾਰਾਜ, ਉਹਦੇ ਬਾਰੇ ਕਥਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਹੋ ਸਕਦਾ। ਆਪ ਜੀ ਤੇ ਸੂਖਸ਼ਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ। ਬਿਰਧ ਸਰੂਪ ਹੈ ਕਹੋ ਬਨਾਈ। ਜਿਹੜਾ ਫਿਰ ਆਪ ਜੀ ਦਾ ਬਿਰਧ ਸਰੂਪ ਹੈ, ਅਸਥੂਲ ਵਿਰਾਟ ਸਰੂਪ, ਉਹ ਉਸ ਬਾਰੇ ਮਹਾਰਾਜ ਮੈਂ ਥੋੜ੍ਹਾ ਜਿਹਾ ਕਥਨ ਕਰਦਾ ਹਾਂ। ਹੇ ਵਾਹਿਗੁਰੂ, ਉਹਦੇ ਬਾਰੇ ਥੋੜ੍ਹਾ ਕਥਨ ਕਰਦੇ ਹਾਂ। ਅਸੀਂ ਕਹਿੰਦੇ ਹਾਂ ਬਿਰਧ ਸਰੂਪ ਵਿਰਾਟ ਸਰੂਪ ਬਾਰੇ। ਤੁਮਰੀ ਪ੍ਰੇਮ ਭਗਤ ਜਬ ਗਹਿ। ਹੇ ਪ੍ਰਭੂ, ਜਦੋਂ ਅਸੀਂ ਆਪ ਜੀ ਦੀ ਪ੍ਰੇਮਾ ਭਗਤੀ, ਪ੍ਰੇਮ ਨਾਲ ਸ਼ਰਧਾ ਨਾਲ ਭਗਤੀ ਕਰਨੀ ਜਦੋਂ ਗ੍ਰਹਿਣ ਕਰਾਂਗੇ। ਸ਼ੋਰ ਕਥਾ ਸਭ ਹੀ ਤਬ ਕਹੋ। ਤਦੋਂ ਨਾ ਸਾਰੀ ਜਿਹੜੀ ਤੁਹਾਡੀ ਕਥਾ ਸ਼ੋਰ ਕਹੀਏ ਖੋਲ ਕੇ ਮੁੱਢ ਤੋਂ ਹੀ ਕਹਿ ਸਕਾਂਗੇ। ਤਦੋਂ ਕਵਾਂਗੇ ਜਦੋਂ ਪ੍ਰੇਮਾ ਭਗਤੀ ਨੂੰ ਗ੍ਰਹਿਣ ਕਰਾਂਗੇ। ਗੁਰੂ ਸਾਹਿਬ ਜੀ ਨਿਮਰਤਾ ਨਾਲ ਇਹ ਕਹਿ ਰਹੇ ਹਨ। ਅਬ ਮੈਂ ਕਹਾਂ ਸੋ ਆਪਣੀ ਕਥਾ। ਖਾਲਸਾ ਜੀ ਜਾਂ ਵਾਹਿਗੁਰੂ ਜੀ ਖਾਲਸਾ ਜੀ। ਹੁਣ ਅਸੀਂ ਆਪਣੀ ਕਥਾ ਕਹਿੰਦੇ ਹਾਂ। ਪਹਿਲਾਂ ਸੋਢੀ ਬੰਸ ਉਪਜਿਆ ਜਥਾ। ਜਿਸ ਤਰ੍ਹਾਂ ਸੋਢੀ ਵੰਸ਼ ਉਪਜਿਆ ਪੈਦਾ ਹੋਇਆ ਸੀ, ਜਿਵੇਂ ਸੋਢ ਵੰਸ਼ ਦੀ ਪੈਦਾਇਸ਼ ਉਤਪਤੀ ਹੋਈ, ਉਹ ਕਥਾ ਅਸੀਂ ਆਪਣੀ ਕਹਿੰਦੇ ਹਾਂ, ਕਹਾਂਗੇ। ਦੋਹਰਾ
ਪ੍ਰਥਮ ਕਥਾ ਸੰਖੇਪ ਤੇ ਪਹਿਲਾਂ ਮਹਾਰਾਜ ਦੋਰੇ ਵਿੱਚ ਕਹਿੰਦੇ ਪਹਿਲਾਂ ਕਥਾ ਅਸੀਂ ਬੜੀ ਸੰਖੇਪ ਸੂਖਮ ਰੂਪ ਵਿੱਚ ਕਹਾਂਗੇ। ਕਹੋ ਸੋ ਹਿਤ ਚਿਤ ਲਾਏ ਚਿੱਤ ਦਾ ਪ੍ਰੇਮ ਲਾ ਕੇ ਜਾਂ ਮਨ ਲਾ ਕੇ ਕਹਾਂਗੇ। ਪਹਿਲਾਂ ਸੂਖਮ ਥੋੜੀ ਜੀ ਕਥਾ ਕਹਾਂਗੇ। ਬਾਹਰ ਵੱਡੋ ਵਿਸਥਾਰ ਕਾ ਫਿਰ ਇਸੇ ਕਥਾ ਨੂੰ ਹੀ ਪਹਿਲਾਂ ਸੂਖਮ ਕਹਿ ਕੇ ਥੋੜੀ ਜੀ ਕਹਿ ਕੇ ਫਿਰ ਇਸੇ ਨੂੰ ਜਿਹੜਾ ਵੱਡੋ ਬਹੁਤ ਵਿਸਥਾਰ ਕਰਕੇ ਕਹਾ ਸਭ ਸੁਨਾਏ ਕਹੇ ਹੋ ਕਹਾ ਸਭ ਸੁਨਾਏ ਕਹੇ ਹੋ ਸਭੋ ਸੁਨਾਏ। ਸਾਰਿਆਂ ਨੂੰ ਸੁਣਾ ਕੇ ਵਿਸਥਾਰ ਨਾਲ ਸਤਿਗੁਰੂ ਜੀ ਕਹਿੰਦੇ ਇਸੇ ਕਥਾ ਨੂੰ ਫਿਰ ਸੁਣਾਵਾਂਗੇ। ਜਿਵੇਂ ਅੱਗੇ ਅੱਗੇ ਉਹ ਫਿਰ ਕਥਾ ਆਏਗੀ ਗੁਰੂ ਮਹਾਰਾਜ ਸਾਰਾ ਹੀ ਉਹਦਾ ਖੁਲਾਸਾ ਬੜਾ ਖੋਲ੍ਹ ਕੇ ਕਰਨਗੇ। ਬੇਦੀ ਬੰਸ ਕਿੱਥੋਂ ਚੱਲੀ, ਤ੍ਰਿਣਾ ਦੀ ਬੰਸ ਕਿੱਥੋਂ ਚੱਲੀ, ਇਸੇ ਤਰ੍ਹਾਂ ਭੱਲਿਆਂ ਦੀ ਬੰਸ ਅਤੇ ਸੋਢ ਬੰਸ ਕਿਵੇਂ ਚੱਲੀ। ਜੋ ਗੁਰੂ ਸਾਹਿਬਾਨਾਂ ਜੀ ਦੀ ਬੰਸ ਹੈ ਨਾ, ਭੱਲੇ ਅਮਰਦਾਸ ਗੁਣ ਤੇਰੇ, ਅਤੇ ਤ੍ਰਿਣਾ ਦੀ ਕੁਲ 'ਚੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜਹ ਤੈ ਭਏ ਸਹਾਏ। ਤੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਉਹ ਜਿਹੜੇ ਵੰਸ਼ਾਂ ਦੇ ਆਪਾਂ ਨਾਂ ਲੈਂਦੇ ਹਾਂ ਉਹ ਇਸ ਬਚਿੱਤਰ ਨਾਟਕ ਬਾਣੀ ਜੀ ਮਹਾਰਾਜ ਬੜੀ ਖੋਲ੍ਹ ਖੋਲ੍ਹ ਕੇ ਕਥਨ ਕਰਨਗੇ। ਜਿਵੇਂ ਉਹ ਕਥਾ ਵਿਚਾਰ ਆਏਗੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਪ੍ਰਥਮ ਕਥਾ ਸੰਖੇਪ ਤੇ ਕਹਾ ਸੋ ਹਿਤ ਚਿਤ ਲਾਏ, ਬਾਹਰ ਵੱਡੋ ਵਿਸਥਾਰ ਕਾ ਕਹੋ ਸਭ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।